राधा स्वामी नाम जो गावे सोई करे काल कलेश सब नाश सुख पावे सब दुख हरे ऐसा नाम अपार कोई वेद ना जानई जो जाने सो पार और ना जग में जनमई राधा स्वामी गाय कर जनम सफल कर ले जही नाम निज नाम है मन अपने दार रे बैठक स्वामी आदभूति राधा निरखनेहार और न कोई लख सके शोभा गोपत रूप जहाँ दारिया राधा स्वामी नाम बिना मेर नहीं पावई जहाँ कोई बेसराम करूं बंदगी राधा स्वामी आगे जिन परताप जीव बहु जागे बारंबार करूं प्रणाम सत गुरु पदम धाम सत नाम आद अनाद युगाद नाम संत स्वरूप छोड़ने धाम आए भाव जल नाव लगाई हम से जीवन लिया छुड़ाई शब्द दृढ़ाया सूरत बताई करम भरम से लिया बचाई दोहा कोट कोट
करूं वंदना आरब खरब दंडोत राधा स्वामी मिल गए खोला भगति का स्रोत भगति सुनाई सबसे न्यारी वेद कते बनाता है बेचारी सात पुरुष चौथे पादवासा संतन का सदा बेलासा सोगर दरसाया गुरपुरे बीना बजे जा आचरज तूरे आगे अलख पुरुष दरबारा देखा जाए सूरत से सारा तेस पार यागमलोक एक न्यारा संत सूरत कोई करत व्यवहार से दर से अटल अटारी आदबोत राधा स्वामी मैल सवारी सूरत हुई आते कार मगनानी पुरशयानामी जाए समानी सूरत हुई आते कार मगनानी पुरशयानामी जाए समानी। राधा स्वामी जी, राधा स्वामी। हाँ जी बेटे। बाणी गुरु ग्रंथ साहिब जी महाराज राग धनासरी महला पंजवा घर पहला चौपदे। बिन जाल प्राण तजे है मीना जैन जल स्यों हेत बढ़ायो बिन जाल प्राण तजे है मीना जैन जल स्यों हेत बढ़ायो कमल हे
ਹੇਤ ਬਿਨ ਸਿਓ ਹੈ ਭਵਰਾ ਓਨ ਮਾਰਗ ਨਿਕਸਨਾ ਪਾਇਓ। ਰਾਧਾ ਸੁਆਮੀ ਜੀ। ਇਹ ਬਾਣੀ ਹਜ਼ੂਰ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ। ਸਾਰੇ ਹੀ ਸੰਤ ਮਹਾਤਮਾ ਸਾਨੂੰ ਇੱਥੋਂ ਨਿਕਲਣ ਦਾ ਸੰਦੇਸ਼ ਦਿੰਦੇ ਨੇ। ਇਸ ਲੋਕ ਦੇ ਵਿੱਚ ਆ ਕੇ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਨਾਲ ਪਿਆਰ ਕਰਦੇ ਹਾਂ, ਪ੍ਰੀਤ ਕਰਦੇ ਹਾਂ, ਜਿਹਦੇ ਕਰਕੇ ਅਸੀਂ ਇੱਥੋਂ ਨਿਕਲਣ ਦੀ ਬਜਾਏ ਉਲਟ ਇੱਥੇ ਫਸ ਜਾਂਦੇ ਹਾਂ। ਇਹ ਜਿਹੜਾ ਕਾਲ ਦਾ ਦੇਸ਼ ਹੈ, ਇਹ ਇੱਥੇ ਚੱਲ ਰਿਹਾ ਹੀ ਸਿਰਫ ਇਸੇ ਪ੍ਰੀਤ ਦੀ ਡੋਰ ਨਾਲ ਹੈ। ਪਰ ਦੋਨੋਂ ਹੀ ਚੀਜ਼ਾਂ ਨੂੰ ਅੱਛੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਜੇ ਅਸੀਂ ਇੱਥੋਂ ਨਿਕਲਣਾ ਹੈ ਤੇ ਉਹਦੇ ਵਾਸਤੇ ਵੀ ਕਿਸੇ ਨਾਲ ਪ੍ਰੀਤ ਕਰਨੀ ਪੈਂਦੀ ਹੈ। ਲੇਕਿਨ ਫਸਣ ਦਾ ਕਾਰਨ ਵੀ ਸਾਡੀ ਪ੍ਰੀਤ ਹੀ ਬਣਦੀ ਹੈ। ਕਿਉਂਕਿ ਫਰਮਾਇਆ ਕਿ ਜਹਾਂ ਆਸਾ ਤਹਾਂ ਵਾਸਾ। ਜਿੱਥੇ ਸਾਡੀ ਆਸ ਜਾਂ ਪ੍ਰੀਤ ਪਿਆਰ ਜੋ ਲੱਗ ਜਾਂਦਾ ਹੈ, ਉੱਥੇ ਹੀ ਸਾਡਾ ਵਾਸ ਹੁੰਦਾ ਹੈ, ਉੱਥੇ ਸਾਨੂੰ ਆਉਣਾ ਹੀ ਪੈਂਦਾ ਹੈ। ਹੁਣ ਇਸ ਸੰਸਾਰ ਦੇ ਜਿੰਨੇ ਵੀ ਰਿਸ਼ਤੇ ਨਾਤੇ ਜਿੱਥੋਂ ਤੱਕ ਸਾਡੀ ਨਜ਼ਰ ਜਾਂਦੀ ਹੈ, ਇਹ ਸਭ ਕੁਛ ਸਤਿਗੁਰਾਂ ਨੇ ਫਰਮਾਇਆ ਕਿ ਮਾਇਆ ਹੈ। ਮਾਇਆ ਦਾ ਮਤਲਬ ਕਿ ਭਰਮ ਹੈ। ਭਰਮ ਜਾਲ ਅਸੀਂ ਵਿੱਚ ਫਸੇ ਹਾਂ। ਜੋ ਕੁਛ ਅਸੀਂ ਦੇਖਦੇ ਪਏ ਹਾਂ, ਸਭ ਕੁਛ ਮਿਟ ਜਾਣਾ ਹੈ। ਜਦੋਂ ਇਹਦੇ ਨਾਲ ਅਸੀਂ ਪ੍ਰੀਤ ਪਾ ਲੈਂਦੇ ਹਾਂ ਤੇ ਸਾਨੂੰ ਮੁੜ ਮੁੜ ਕੇ ਫਿਰ ਇੱਥੇ ਹੀ ਆਉਣਾ ਪੈਂਦਾ ਹੈ। ਕਿਉਂਕਿ ਇਹਨਾਂ ਚੀਜ਼ਾਂ ਦੇ ਆਸ਼ਕ ਹੋ ਜਾਂਦੇ ਹਾਂ, ਇਹਨਾਂ ਚੀਜ਼ਾਂ ਨਾਲ ਹੀ ਸਾਡਾ ਮੋਹ ਪੈ ਜਾਂਦਾ ਹੈ, ਪਿਆਰ ਪੈ ਜਾਂਦਾ ਹੈ। ਹੁਣ ਉਹਦੇ ਵਾਸਤੇ ਸਾਨੂੰ ਅੱਗੇ ਖੋਲ੍ਹ ਕੇ ਦੱਸ ਰਹੇ ਨੇ ਕਿ ਕਿਸ ਕਿਸ ਤਰੀਕੇ ਦੇ ਨਾਲ ਇੱਕ ਇੱਕ ਜਿਹੜੀ ਰੱਸੀ ਵੱਜੀ ਸੀ, ਉਹਨੇ ਕਿਸ ਕਿਸ ਤਰੀਕੇ ਦੇ ਨਾਲ ਇਹਨੂੰ ਕਿੱਥੋਂ ਤੱਕ ਇਹਨੇ ਪਹੁੰਚਾ ਦਿੱਤਾ। ਫਰਮਾਇਆ ਕਿ ਬਿਨ ਜਲ ਪ੍ਰਾਨ ਤਜੇ ਹੈ ਮੀਨਾ। ਮੀਨ ਕਹਿੰਦੇ ਮੱਛੀ ਨੂੰ। ਉਹ ਕਹਿੰਦੇ ਬਿਨਾਂ ਜਲ ਦੇ ਜਿਹੜੀ ਆ ਮੱਛੀ ਜਿਹੜੀ ਏ, ਉਹ ਜਿਹੜੀ ਆ ਆਪਣੀ ਜਾਨ ਦੇ ਦਿੰਦੀ ਹੈ। ਕਿਉਂਕਿ ਜਿਨ ਜਲ ਸਿਉ ਹੇਤ ਬੜਾਇਓ। ਉਹਨੇ ਆਪਣੇ ਜਲ ਦੇ ਨਾਲ ਪ੍ਰੀਤ ਪਾ ਲਈ, ਪਿਆਰ ਪਾ ਲਿਆ, ਲੇਕਿਨ ਉਹਦੇ ਅੰਤ ਦਾ ਕਾਰਨ ਵੀ ਉਹ ਹੀ ਬਣਿਆ। ਇੱਕ ਦੇ ਪ੍ਰੀਤ ਨੇ ਇੱਥੋਂ ਕੱਢ ਕੇ ਖੜਨਾ ਸੀ ਬਾਹਰ, ਪਰ ਉਹੀ ਪ੍ਰੀਤ ਜਿਹੜੀ ਸੀ, ਮੱਛੀ ਦਾ ਜਿਹੜਾ ਪਾਣੀ ਨਾਲ ਪਿਆਰ ਸੀ, ਉਹੀ ਉਹਦੇ ਅੰਤ ਦਾ ਕਾਰਨ ਬਣ ਗਿਆ। ਉਹਦੇ ਨਾਲ ਹੀ ਇੰਨਾ ਜੁੜ ਗਿਆ, ਉਹਨੂੰ ਲੱਗਣ ਲੱਗ ਪਿਆ ਕਿ ਸ਼ਾਇਦ ਇਸ ਤੋਂ ਬਗੈਰ ਮੈਂ ਰਹਿ ਹੀ ਨਹੀਂ ਸਕਦੀ। ਉਹਦੇ ਕਰਕੇ ਉਹਦੇ ਵਿਛੋੜੇ ਦੇ ਵਿੱਚ ਤੜਫ ਤੜਫ ਕੇ ਆਪਣੀ ਜਾਨ ਦੇ ਦਿੱਤੀ, ਪਰ ਇੱਥੋਂ ਨਿਕਲਣ ਦਾ ਮਾਰਗ ਨਹੀਂ ਪਾਇਆ। ਅੱਗੇ ਉਹਨਾਂ ਨੇ ਫਰਮਾਇਆ ਕਮਲ ਹੇਤ ਬਿਨ ਸਿਓ ਹੈ ਭਵਰਾ ਉਨ ਮਾਰਗ ਨਿਕਸ ਨਾ ਪਾਇਓ। ਕਹਿੰਦੇ ਕਮਲ ਦੇ ਫੁੱਲ ਦੇ ਵਿੱਚ ਫਸ ਕੇ ਭਵਰਾ ਜਿਹੜਾ ਆਪਣੀ ਜਾਨ ਦੇ ਦਿੰਦਾ ਹੈ। ਜਦੋਂ ਬਹਿ ਕੇ ਉਹਦੇ ਕਮਲ ਦੇ ਫੁੱਲ ਦੇ ਉੱਤੇ ਰਸ ਚੂਸਦਾ ਹੈ, ਉਹਨੂੰ ਯਾਦ ਹੀ ਭੁੱਲ ਜਾਂਦੀ ਹੈ ਕਿ ਮੈਂ ਬਈ ਇੱਥੋਂ ਜਾਣਾ ਹੈ, ਨਿਕਲਣਾ ਹੈ ਇੱਥੋਂ। ਹੌਲੀ ਹੌਲੀ ਜਦੋਂ ਸੂਰਜ ਜਿਸ ਤਰ੍ਹਾਂ ਡੁੱਬਦਾ, ਕਹਿੰਦੇ ਕਿ ਉਹ ਜਿਹੜਾ ਫੁੱਲ ਜਦੋਂ ਉਹਦੀਆਂ ਪੰਖੜੀਆਂ ਬੰਦ ਹੁੰਦੀਆਂ ਨੇ ਤੇ ਉਹ ਭਵਰਾ ਵਿੱਚ ਹੀ ਉਹਦੇ ਫਸ ਜਾਂਦਾ ਹੈ। ਉਹਨੂੰ ਨਿਕਲਣ ਦਾ ਰਸਤਾ ਉਹਨੇ ਦੇਖਿਆ ਨਹੀਂ ਕਿ ਮੈਂ ਨਿਕਲਾਂਗਾ ਕਿੱਧਰੋਂ ਦੀ। ਉਸ ਰਸ ਨੂੰ ਲੈਂਦਿਆਂ ਇੰਨਾ ਮੋਹਿਤ ਹੋ ਗਿਆ ਉਹਦੇ ਉੱਤੇ, ਇੰਨਾ ਉਹਦੇ ਨਾਲ ਜੁੜ ਗਿਆ ਕਿ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਵੇਲੇ ਉਹਦੇ ਨਿਕਲਣ ਦੇ ਰਸਤੇ ਹੀ ਸਾਰੇ ਬੰਦ ਹੋ ਗਏ। ਔਰ ਉੱਥੇ ਹੀ ਤੜਫ ਤੜਫ ਕੇ ਉਹ ਜਦੋਂ ਸਵੇਰ ਤੱਕ ਉਹ ਜਾਨ ਦੇ ਦਿੰਦਾ ਹੈ। ਇਸੇ ਤਰ੍ਹਾਂ ਅਸੀਂ ਇਨਸਾਨ ਵੀ ਇੱਥੇ ਆ ਕੇ ਕਰਮ ਦੇ ਦੇਸ਼ 'ਚ ਆਏ ਹਾਂ। ਕਰਮ ਕਰਨਾ ਪੈਂਦਾ ਹੈ, ਕਰਮ ਕਰਨਾ ਵੀ ਜ਼ਰੂਰ ਹੈ। ਲੇਕਿਨ ਇਸ ਕਰਮ ਕਾਂਡ ਦੇ ਵਿੱਚ ਫਸ ਕੇ ਕਈ ਵਾਰ ਸਾਨੂੰ ਉਸ ਚੀਜ਼ ਦਾ ਰਸਤਾ ਹੀ ਭੁੱਲ ਜਾਂਦੇ ਹਾਂ ਕਿ ਅਸੀਂ ਇੱਥੇ ਜਨਮ ਲਿਆ। ਜਿਹੜਾ ਉਹਨਾਂ ਬਾਣੀ 'ਚ ਫਰਮਾਇਆ ਕਿ ਦੁਰਲਭ ਦੇਹ ਪਾਈ ਬੜ ਭਾਗੀ, ਕਿ ਇਹ ਜਿਹੜੀ ਦੇਹ ਹੈ ਇਹ ਬੜੇ ਬੜੇ ਭਾਗਾਂ ਨਾਲ ਮਿਲੀ ਹੈ। ਇਹ ਸਾਰਿਆਂ ਨੂੰ ਉੱਪਰ ਜਿਹਨੂੰ ਕਿ ਇਸ ਦੇਹੀ ਕੋ ਲੋਚੇ ਦੇਵ, ਜਿਹੜੀ ਦੇਹ ਨੂੰ ਦੇਵੀ ਦੇਵਤੇ ਵੀ ਜਿਹੜੇ ਲੋਚਦੇ ਪਏ ਨੇ, ਦੇਵੀ ਦੇਵਤੇ ਵੀ ਕਹਿੰਦੇ ਨੇ ਕਿ ਸਾਨੂੰ ਇਨਸਾਨ ਦਾ ਚੋਲਾ ਮਿਲ ਜਾਵੇ। ਤੇ ਇਹੋ ਜਿਹੀ ਦੇਹ ਲੈ ਕੇ ਅਸੀਂ ਖੱਟਿਆ ਕੀਤੇ ਕੰਮ, ਕਿਹੜੇ ਕੀਤੇ ਸਾਰੇ। ਜੋ ਕੰਮ ਇੱਕ ਜੀਵ ਜਿਹੜੇ ਪਸ਼ੂ ਪੰਛੀ ਕਰ ਰਹੇ ਨੇ, ਜਿਹੜੇ ਜਾਨਵਰ ਕਰ ਰਹੇ ਨੇ, ਜੋ ਉਹ ਛੋਟੀਆਂ ਜੁਨੀਆਂ 'ਚ ਪੈ ਕੇ ਕਰ ਰਹੇ ਨੇ, ਉਹੀ ਕੰਮ ਅਸੀਂ ਕਰੀ ਜਾ ਰਹੇ ਹਾਂ। ਉਸ ਤੋਂ ਇਲਾਵਾ ਇੱਕ ਜਿਹੜਾ ਕੰਮ ਕਰਨ ਵਾਸਤੇ ਸਾਨੂੰ ਜਿਹੜਾ ਆਕਾਸ਼ ਤੱਤ ਜਿਹੜਾ ਦਿਮਾਗ ਮਿਲਿਆ ਸੀ, ਗਿਆਨ ਮਿਲਿਆ ਸੀ, ਉਹਦਾ ਅਸੀਂ ਇਸਤੇਮਾਲ ਹੀ ਨਹੀਂ ਕੀਤਾ। ਜਿਸ ਤਰ੍ਹਾਂ ਉਹ ਭਵਰਾ ਸੀ ਜਿਹੜਾ ਉਹ ਕਮਲ ਦੇ ਫੁੱਲ 'ਚ ਹੀ ਉੱਥੇ ਕੈਦ ਹੋ ਕੇ ਵਿੱਚੇ ਮਰ ਗਿਆ,
ਉਹਨੂੰ ਪਤਾ ਹੀ ਨਹੀਂ ਲੱਗਾ ਕਿ ਬਈ ਇਹ ਜਿਹੜਾ ਰਸ ਆ ਇਹ ਕਿੰਨਾ ਕਿਸ ਹੱਦ ਤੱਕ ਇਹਦਾ ਪਾਨ ਕਰਨਾ ਹੈ ਤੇ ਵੀ ਕਿੰਨਾ ਕੁ ਮੈਨੂੰ ਜ਼ਰੂਰੀ ਹੈ। ਇਸੇ ਤਰ੍ਹਾਂ ਅਸੀਂ ਵੀ ਇਨਸਾਨ ਜੂਨੀ ਚਾਹ ਕੇ ਸਭ ਕੁਝ ਸਮਝਦਾਰੀ ਹੁੰਦਿਆਂ ਹੋਇਆਂ ਵੀ ਅਸੀਂ ਆਪਣੇ ਖਾਣ ਪੀਣ ਭੋਗਣ ਚ ਵਿੱਚ ਹੀ ਆਪਣੀ ਜ਼ਿੰਦਗੀ ਜਿਹੜੀ ਆ ਗਵਾ ਦਿੰਦੇ ਹਾਂ। ਸਾਨੂੰ ਕਿਤੇ ਨਾ ਕਿਤੇ ਯਾਦ ਹੀ ਨਹੀਂ ਰਹਿੰਦਾ ਕਿ ਬਈ ਇਹ ਦੇਹ ਜਿਹੜੀ ਮਿਲੀ ਕਾਹਦੇ ਵਾਸਤੇ ਸੀ। ਇਹਦਾ ਸਿਰਫ ਇੰਨਾ ਹੀ ਕੰਮ ਸੀ ਕਿ ਸਿਰਫ ਬੱਚੇ ਪੈਦਾ ਕਰ ਲਏ, ਉਹਨਾਂ ਦਾ ਪਾਲਣ ਪੋਸ਼ਣ ਕਰ ਲਿਆ, ਖਾ ਪੀ ਲਿਆ, ਰੰਗ ਤਮਾਸ਼ੇ ਦੇਖ ਲਏ ਤੇ ਬਸ ਇੰਨਾ ਹੀ ਜੀਵਨ ਸੀ। ਇਹ ਜੀਵਨ ਤੇ ਸਾਰੇ ਜੀ ਰਹੇ ਨੇ। ਇਹ ਤੇ ਪੰਛੂ ਪੰਛੀ ਵੀ ਇਹ ਬੱਚੇ ਪੈਦਾ ਕਰ ਰਹੇ ਨੇ। ਉਹਨਾਂ ਦੇ ਨਾਲ ਜਿਸ ਤਰ੍ਹਾਂ ਅਸੀਂ ਇਨਸਾਨ ਮੋਹ ਕਰਦੇ ਆਪਣੇ ਬੱਚਿਆਂ ਨਾਲ, ਅਸੀਂ ਦੇਖਦੇ ਹਾਂ ਮੱਝਾਂ ਗਾਵਾਂ ਵੀ ਆਪਣੇ ਵਛੜੀਆਂ ਕਿੰਨਾ ਪਿਆਰ ਕਰਦੀਆਂ ਨੇ। ਛੋਟੇ ਛੋਟੇ ਜੀਵ, ਕਈ ਵਾਰੀ ਤੁਸੀਂ ਦੇਖਿਓ ਕਿ ਆਹ ਜਿਹੜੇ ਛੋਟੇ ਛੋਟੇ ਜੀਵ ਜਿਹੜੇ ਆ, ਚਾਹੇ ਉਹ ਕੀੜੇ ਮਕੌੜੇ ਨੇ, ਚੂਹੇ ਨੇ, ਬਿੱਲੀਆਂ ਨੇ, ਉਹ ਵੀ ਆਪਣੇ ਬੱਚਿਆਂ ਨਾਲ ਮੋਹ ਕਰਦੇ ਨੇ। ਕੋਈ ਉਹਨਾਂ ਦੇ ਛੋਟੇ ਬੱਚਿਆਂ ਲਾਗੇ ਜਾਣ ਦੀ ਕੋਸ਼ਿਸ਼ ਕਰੇ, ਉਹ ਅੱਗੋਂ ਉਹਨੂੰ ਮਤਲਬ ਡਰਾਉਂਦੇ ਨੇ ਕਿ ਬਈ ਇਹਨੂੰ ਨੁਕਸਾਨ ਨਾ ਪਹੁੰਚਾਵੇ। ਉਹਨਾਂ ਦੇ ਖਾਣ ਪੀਣ ਵਾਸਤੇ ਪਸ਼ੂ ਪੰਛੀ, ਜਿਹੜੇ ਪੰਛੀ ਵੀ ਆ, ਕਿੱਥੇ ਕਿੱਥੇ ਉੱਡ ਕੇ ਜਾਂਦੇ ਨੇ, ਆਪਣਾ ਕਿੱਥੋਂ ਚੋਗਾ ਲਿਆ ਕੇ ਆਪਣੇ ਬੱਚਿਆਂ ਨੂੰ ਖਵਾਉਂਦੇ ਨੇ, ਉਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਨੇ। ਜੇ ਉਹੀ ਕੰਮ ਸਿਰਫ ਕੰਮ ਅਸੀਂ ਕਰਨਾ ਹੈ, ਪੇਟ ਲੱਗਾ ਹੈ ਨਾਲ, ਕਰਮ ਕਰਨਾ ਹੈ ਸਾਰਾ, ਪੈਸੇ ਵੀ ਕਮਾਉਣੇ ਨੇ, ਇਹਦਾ ਨਹਾਉਣਾ ਧੋਣਾ ਵੀ ਆ, ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਨਾ ਹੈ, ਕਾਰੋਬਾਰ ਵੀ ਕਰਨੇ ਨੇ, ਕੰਮ ਸਾਰੇ ਕਰਨੇ ਨੇ। ਪਰ ਉਹਨਾਂ ਨੇ ਜਿਹੜਾ ਮੇਨ ਭੇਦ ਦੱਸਿਆ ਕਿ ਪ੍ਰੀਤ ਜਿਹੜੀ ਹੈ ਪਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਉਹਨਾਂ ਨੂੰ ਫਰਮਾ ਦਿੱਤਾ ਕਿ ਅਵਰ ਕਾਜ ਤੇਰੇ ਕਿਤ ਨਹੀਂ ਕਾਮ। ਉਹ ਕਿਉਂ ਕਿਹਾ? ਹੁਣ ਕੰਮ ਕਰਨੇ ਤਾਂ ਪੈਣੇ ਨੇ ਸਾਰੇ, ਕੰਮ ਤਾਂ ਪਹਿਲਾਂ ਵੀ ਕੀਤੇ ਸੀ। ਕਿਉਂਕਿ ਬਾਣੀ ਚ ਉਹਨਾਂ ਫਰਮਾਇਆ ਕਿ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਤੇਰੀ ਦੇਹ ਸੰਚਰਿਆ। ਕਹਿੰਦੇ ਕਿ ਪਰ ਇਹ ਜਿਹੜਾ ਟਾਈਮ ਮਿਲਿਆ ਹੈ, ਖਾਧਾ ਪੀਤਾ ਤੇ ਅੱਗੇ ਵੀ ਬਹੁਤ ਵਾਰ ਹੈ, ਬੱਚੇ ਅੱਗੇ ਵੀ ਬੜੇ ਪੈਦਾ ਕੀਤੇ ਨੇ, ਕਈ ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨੀਆਂ 'ਚ ਅਸੀਂ ਨਿਕਲੇ ਹੋਵਾਂਗੇ, ਜਿਹੜੀ ਮਰਜ਼ੀ ਜੂਨ 'ਚ ਪੈਦਾ ਹੋਏ ਹੋਵਾਂਗੇ, ਖਾਧਾ ਪੀਤਾ ਤਾਂ ਉਸ ਜੂਨ 'ਚ ਵੀ ਹੋਏਗਾ, ਬੱਚੇ ਵੀ ਪੈਦਾ ਕੀਤੇ ਹੋਣਗੇ, ਮੋਹ ਵੀ ਕੀਤਾ ਹੋਏਗਾ। ਲੇਕਿਨ ਉਸ ਵੇਲੇ ਜੋ ਮਾਲਕ ਦੀ ਭਗਤੀ ਦਾ ਜਿਹੜਾ ਸੀ, ਉਹ ਕੰਮ ਜਿਹੜਾ ਸੀ, ਉਹ ਸਾਨੂੰ ਨਹੀਂ ਸੀ ਉਹ ਮਿਲੀ ਚੀਜ਼, ਉਹ ਨਹੀਂ ਅਸੀਂ ਕੀਤੀ। ਜੇ ਹੁਣ ਉਹ ਜਿਹੜੀ ਪੌੜੀ ਦੇ ਉਸ ਡੰਡੇ ਤੇ ਪਹੁੰਚ ਗਏ ਆ ਕਿ ਜਿਸ ਤੋਂ ਅੱਗੇ ਮੁਕਤੀ ਦਾ ਰਸਤਾ ਖੁੱਲ੍ਹਣਾ ਸੀ, ਜੇ ਉੱਥੇ ਆ ਕੇ ਵੀ ਉਹਨਾਂ ਕੰਮਾਂ ਦੇ ਵਿੱਚ ਹੀ ਕਹਿੰਦੇ ਜੇ ਫਸੇ ਰਹੇ ਤੇ ਫਿਰ ਕੋਈ ਫਾਇਦਾ ਨਹੀਂ ਹੋਇਆ। ਉਹ ਇੱਕ ਇੱਕ ਚੀਜ਼ ਦੀ ਜਿਹੜੀ ਹਿੱਤ ਸੀ, ਪਾਣੀ, ਮੱਛੀ ਨੂੰ ਪਾਣੀ ਦੇ ਨਾਲ ਪਿਆਰ ਏ, ਤੇ ਉਹ ਕਹਿੰਦੇ ਕਿ ਤਾਂ ਵੀ ਉਹ ਵੀ ਖਪ ਗਈ ਉਸ ਚੀਜ਼ 'ਚ। ਅੱਗੇ ਉਹਨੇ ਫਰਮਾਇਆ ਕਿ ਭਵਰਾ ਜਿਹੜਾ ਸੀ ਉਹਨੂੰ ਕਮਲ ਦੇ ਫੁੱਲ ਦੇ ਨਾਲ ਪਿਆਰ, ਉਹਦਾ ਰਸ ਜਿਹੜਾ ਚੂਸਣ ਦੇ ਵਿੱਚ, ਤੇ ਉਹਦੇ ਵਿੱਚ ਹੀ ਉਹਨੇ ਆਪਣਾ ਰਸਤਾ ਜਿਹੜਾ ਸੀ ਉਹਨੂੰ ਨਿਕਲਣ ਦਾ ਨਹੀਂ ਮਿਲਿਆ, ਉਹਦੇ ਵਿੱਚ ਹੀ ਆਪਣਾ ਜੀਵਨ ਗਵਾ ਲਿਆ। ਲੇਕਿਨ ਜਦੋਂ ਜੀਵਨ ਦੇ ਵਿੱਚ ਕੋਈ ਗੁਰੂ ਆ ਜਾਂਦਾ ਹੈ, ਜੇ ਅਸੀਂ ਉਹਨਾਂ ਦੇ ਨਾਲ ਸਾਂਝ ਹੋ ਗਈ ਸਾਡੀ, ਕਿਹਾ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਾਧ ਸੰਗਤ ਦੇ ਵਿੱਚ ਮਿਲ ਕੇ ਉਹ ਕਿਹਾ ਭਜ ਕੇਵਲ ਨਾਮ, ਕੰਮ ਸਾਰੇ ਕਰਨੇ ਨੇ। ਉਹ ਤੇ ਅਸੀਂ ਨਾ ਚਾਹੁੰਦੇ, ਹੁਣ ਸਾਹ ਵਾ, ਇਹ ਹੋ ਸਕਦਾ ਹੈ ਕਿ ਅਸੀਂ ਕਹੀਏ ਕਿ ਰੋਟੀ ਖਾਣ ਲੱਗੇ ਸਾਹ ਬੰਦ ਕਰ ਲਈਏ, ਹੁਣ ਅਸੀਂ ਰਾਤ ਸੌਣਾ ਹੀ ਆ ਤੇ ਚਲੋ ਜੀ ਵੀ ਜਿਸ ਤਰ੍ਹਾਂ ਬਾਕੀ ਲਾਈਟਾਂ ਬੰਦ ਕਰ ਦਈਦੀਆਂ, ਹੁਣ ਸਾਹ ਬੰਦ ਕਰ ਲਈਏ, ਵੇਸਟ ਜਾਣਗੇ। ਨਹੀਂ, ਇਹ ਚੱਲਣੇ ਨੇ, ਇਹ ਸਾਡੇ ਚਲਾਇਆ ਨਹੀਂ ਚੱਲਣ ਦੇ, ਇਹ ਚੱਲੀ ਜਾਣੇ ਨੇ, ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ। ਇਸੇ ਤਰ੍ਹਾਂ ਬਾਕੀ ਜਿਹੜੀਆਂ ਚੀਜ਼ਾਂ ਨੇ, ਇਹ ਸਾਰਾ ਕੁਛ ਸਾਨੂੰ ਲੱਗਦਾ ਹੈ ਕਿ ਅਸੀਂ ਚਲਾ ਰਹੇ ਹਾਂ। ਬੜੇ ਬੜੇ ਜਿਹੜੇ ਆ ਘਰਾਂ ਦੇ ਮਾਲਕ ਜਿਹੜੇ ਸੋਚਦੇ ਨੇ ਕਿ ਸ਼ਾਇਦ ਘਰ ਜਿਹੜਾ ਮੇਰੇ ਤੇ ਹੀ ਚੱਲ ਰਿਹਾ ਹੈ, ਪਰ ਅਸੀਂ ਸੰਸਾਰ 'ਚ ਦੇਖਦੇ ਹਾਂ ਕਿੰਨੇ ਐਕਸੀਡੈਂਟ ਹੁੰਦੇ ਨੇ, ਕਿੰਨੀਆਂ ਜਿਹੜੀਆਂ ਨੇ ਅਕਾਲ ਮ੍ਰਿਤੂ ਹੁੰਦੀਆਂ ਨੇ। ਕਦੀ ਸੁਣਿਆ ਹੋਵੇ ਕਦੀ ਕਿ ਬਈ ਕੋਈ ਜਾਣ ਤੋਂ ਬਾਅਦ ਕਿਸੇ ਦੀ ਦੁਨੀਆ ਰੁਕ ਗਈ ਹੋਵੇ? ਹਰ ਕੋਈ ਚੱਲ ਰਿਹਾ ਹੈ, ਚਾਹੇ ਬੱਚੇ ਨੇ, ਚਾਹੇ ਵੱਡੇ ਨੇ, ਚਾਹੇ ਕੋਈ, ਹਰ ਇੱਕ ਦਾ ਉਹਨਾਂ ਨੇ ਕੀਤਾ। ਪਰ ਇਹ ਸਾਨੂੰ ਇੱਕ ਭਰਮ ਪੈ ਗਿਆ, ਭਰਮ ਇਹ ਪੈ ਜਾਂਦਾ ਹੈ ਕਿ ਬਈ ਸਿਰਫ ਅਸੀਂ ਹੀ ਚਲਾ ਰਹੇ ਹਾਂ, ਔਰ ਇਹ ਭਰਮ ਸਤਿਗੁਰ ਸਾਡਾ ਕੱਢਦੇ ਨੇ। ਹੌਲੀ ਹੌਲੀ ਕਰਦਿਆਂ ਜਿਸ ਤਰ੍ਹਾਂ ਮੱਖਣ ਚੋਂ ਵਾਲ ਕੱਢ ਲੈਂਦੇ ਨੇ, ਇਸੇ ਤਰ੍ਹਾਂ ਹੀ ਆਪਣੇ ਸਿੱਖ ਨੂੰ ਵੀ ਬਾਹਰ ਕੱਢ ਲੈਂਦੇ ਨੇ। ਹੌਲੀ ਹੌਲੀ ਸਤਸੰਗ ਦੇ ਵਿੱਚ ਸਾਨੂੰ ਗਿਆਨ ਦੇ ਕੇ ਇਸ ਭਰਮ ਦੇ ਵਿੱਚੋਂ ਬਾਹਰ ਖਿੱਚ ਲੈਂਦੇ ਨੇ ਕਿ ਨਹੀਂ, ਕਿਹਾ ਕਿ ਪਹਿਲਾਂ ਹੀ ਪ੍ਰਾਲਬਧ ਨੇ ਸਭ ਕੁਝ ਪਹਿਲਾਂ ਹੀ ਪੈਦਾ ਕਰ ਦਿੱਤਾ ਗਿਆ। ਪਹਿਲੇ ਬਣੀ ਪ੍ਰਾਲਬਧ ਪਾਛੇ ਧਰਾ ਸਰੀਰ, ਜੇ ਬਾਤ ਅਚਰਜ ਹੈ ਮਨ ਨਹੀਂ ਬਾਂਦੇ ਧੀਰ। ਬੱਚਾ ਅਜੇ ਪੈਦਾ ਹੋਣਾ ਹੁੰਦਾ ਹੈ, ਲੇਕਿਨ ਅਜੇ ਬੱਚੇ ਨੇ ਜਨਮ ਨਹੀਂ ਲਿਆ, ਇਸ ਦੁਨੀਆ ਤੇ ਆਇਆ ਨਹੀਂ, ਲੇਕਿਨ ਉਹਦੀ ਖੁਰਾਕ ਦਾ ਇੰਤਜ਼ਾਮ ਪਹਿਲਾਂ ਹੀ ਕਰ ਦਿੱਤਾ।
ਫਿਰ ਜਿਹੜੀ ਚੀਜ਼ ਜਿਸ ਤਰ੍ਹਾਂ ਅਜੇ ਬੱਚੇ ਨੇ ਜਨਮ ਨਹੀਂ ਲਿਆ ਤੇ ਮਾਂ ਨੂੰ ਦੁੱਧ ਆ ਗਿਆ ਪਹਿਲਾਂ, ਉਸ ਤੋਂ ਬਾਅਦ ਜੇ ਉਹਨੂੰ ਪਤਾ ਕਿ ਅਜੇ ਇਹਦੇ ਦੰਦ ਨਹੀਂ ਹੈਗੇ, ਇਹ ਖੁਰਾਕ ਹੀ ਉਹਦੀ ਉਹ ਹੈ। ਫਿਰ ਜਿਉਂ ਉਹ ਚੀਜ਼ਾਂ ਪਤਾ ਹੈ ਕਿ ਹੁਣ ਵੱਡਾ ਹੋ ਰਿਹਾ, ਹੁਣ ਇਹਨੂੰ ਸਰੀਰ ਨੂੰ ਬਲ ਦੀ ਲੋੜ ਹੈ, ਹੁਣ ਇਹਨੂੰ ਭੋਜਨ ਦੀ ਲੋੜ ਹੈ, ਉਸ ਹਿਸਾਬ ਨਾਲ ਦੰਦ ਨਿਕਲ ਆਏ। ਹੁਣ ਪਤਾ ਹੈ ਕਿ ਬਈ ਹੋਰ ਵੱਡਾ ਹੋ ਰਿਹਾ, ਇਹਨੇ ਕੰਮਕਾਰ ਕਰਨੇ ਨੇ, ਲੱਤਾਂ 'ਚ ਜਾਨ ਆ ਗਈ, ਚੱਲਣਾ ਸ਼ੁਰੂ ਕਰ ਦਿੱਤਾ। ਜਿਉਂ ਜਿੱਥੇ ਜਿੱਥੇ ਜਾਣਾ ਸੀ ਪਹਿਲਾਂ ਹੀ ਭਗਵਾਨ ਨੇ ਉਹ ਕੰਮ ਪਹਿਲਾਂ ਕਰ ਦਿੱਤਾ, ਕੰਮ ਇਹਨੇ ਬਾਅਦ 'ਚ ਕੀਤਾ ਸਾਰਾ ਹੀ। ਪਰ ਸਾਰੀ ਉਮਰ ਇਹੋ ਹੀ ਭਰਮ ਰਹਿੰਦਾ ਹੈ, ਇਹੋ ਹੀ ਚਿੰਤਾ ਰਹਿੰਦੀ ਹੈ ਕਿ ਪਤਾ ਨਹੀਂ ਕੀ ਹੋਏਗਾ, ਪਤਾ ਨਹੀਂ ਕੀ ਹੋਏਗਾ। ਹੁਣ ਕਿਹਾ ਹੋਗਾ ਵਹੀ ਜੋ ਰਾਮ ਰਚ ਰਾਖਾ, ਕਿਉਂ ਕਰ ਤਰਕ ਬੜਾਵੇ ਸਾਖਾ। ਇਹ ਸਾਡੇ ਸਾਰਿਆਂ ਦੀ ਇਹ ਹਾਲਤ ਹੁੰਦੀ ਹੈ। ਇਸ ਲਈ ਆਪਣੇ ਬਚਨਾਂ ਰਾਹੀਂ ਸਾਨੂੰ ਉਹ ਗਿਆਨ ਬਖਸ਼ਦੇ ਨੇ, ਕਹਿੰਦੇ ਨੇ ਕਿ ਬਈ ਇਹ ਜਿਸ ਤਰ੍ਹਾਂ ਛੋਟੇ ਛੋਟੇ ਪ੍ਰਾਣੀ ਨੇ, ਇਹਨਾਂ ਨੇ ਵੀ ਇੱਕ ਜਿਸ ਤਰ੍ਹਾਂ ਇੱਕ ਹਿੱਤ ਜਿਹੜਾ ਸੀ, ਇਹਨਾਂ ਨੂੰ ਉਸ ਐਸ ਜਗ੍ਹਾ ਤੱਕ ਲੈ ਗਿਆ ਜਿੱਥੋਂ ਇਹਨਾਂ ਨੂੰ ਨਿਕਲਣ ਦਾ ਰਸਤਾ ਨਹੀਂ ਮਿਲਿਆ। ਕਿ ਸਾਡੇ ਵਿੱਚ ਵੀ ਕਿਤੇ ਉਹ ਕੰਮ ਤਾਂ ਨਹੀਂ ਹੋ ਰਿਹਾ, ਇਹਦਾ ਵਿਚਾਰ ਕਰਨਾ ਹੈ। ਹਾਂਜੀ ਬੇਟੇ। ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਜਿਨ ਜਲ ਸਿਉ ਹੇਤ ਵਡਾਇਓ, ਕਮਲ ਹੇਤ ਬਿਨ ਸਿਉ ਹੈ ਭਵਰਾ, ਉਨ ਮਾਰਗ ਨਿਕਸ ਨਾ ਪਾਇਓ, ਅਬ ਮਨ ਏਕ ਸਿਉ ਮੋਹ ਕੀਨਾ, ਮਰੇ ਨਾ ਜਾਵੇ ਸਦ ਹੀ ਸੰਗੇ, ਸਤਿਗੁਰ ਸ਼ਬਦੀ ਚੀਨਾ। ਉਹ ਕਹਿੰਦੇ ਕਿ ਇਸ ਜੀਵਨ ਦਾ ਲਾਹ ਕੀ ਹੈ, ਇਸ ਜੀਵਨ ਦਾ ਜਿਹੜੀ ਸਮਝ ਬੁੱਝ ਕੀ ਹੈ, ਇਸ ਜੀਵਨ ਤੋਂ ਲਾਹਾ ਕੀ ਖੱਟਣਾ, ਇਸ ਜੀਵਨ 'ਚ ਕੀ ਸਿੱਖਣਾ ਕੀ ਹੈ। ਕਹਿੰਦੇ ਅਬ ਮਨ ਇੱਕ ਸਿਉ ਮੋਹ ਕੀਨਾ, ਕਹਿੰਦੇ ਬਾਕੀਆਂ ਨੇ ਵੀ ਸਾਰਿਆਂ ਨੇ ਇੱਕ ਇੱਕ ਨਾਲ ਹੀ ਮੋਹ ਕੀਤਾ ਹੈ, ਪਰ ਉਹ ਫਸ ਗਏ ਨੇ। ਪਰ ਜਿਸ ਜੀਵ ਨੇ ਸਹੀ ਟਿਕਾਣੇ ਦੇ ਉੱਤੇ ਆਪਣਾ ਜਿਹੜਾ ਧਿਆਨ ਜੋੜ ਲਿਆ, ਜਿੱਥੇ ਇੱਕ ਜਗ੍ਹਾ ਤੇ ਜਿੱਥੇ ਨਿਕਲਣ ਵਾਲੇ ਦਰਵਾਜ਼ੇ ਦੇ ਉੱਤੇ ਮੋਹ ਕਰ ਲਿਆ, ਉੱਥੇ ਪ੍ਰੀਤ ਕਰ ਲਈ, ਤੇ ਬਈ ਇਹ ਉੱਥੋਂ ਨਿਕਲ ਜਾਏਗਾ। ਪ੍ਰੀਤ ਤਾਂ ਹਰ ਇੱਕ ਨੇ ਕੀਤੀ ਹੈ, ਸਾਧੂ ਸੰਤਾਂ ਨੇ ਵੀ ਕੀਤੀ ਹੈ, ਪਰ ਉਹਨਾਂ ਨੇ ਸਮਝ ਕੇ ਕੀਤੀ ਹੈ ਪ੍ਰੀਤ, ਕੇ ਕਿੱਥੇ ਪ੍ਰੀਤ ਪਾਉਣੀ ਹੈ। ਇੱਕ ਬੰਦਾ ਅੱਛੀ ਖੁਰਾਕ ਖਾਂਦਾ ਹੈ, ਇੱਕ ਨਸ਼ੇ ਜਾਂ ਕੋਈ ਇਹੋ ਜਿਹੀ ਚੀਜ਼ਾਂ ਹੀ ਕਰੀ ਜਾਂਦਾ ਹੈ, ਇੱਕ ਨਾਲ ਸਰੀਰ ਡਾਊਨ ਹੋ ਰਿਹਾ ਹੈ, ਇੱਕ ਨਾਲ ਸਰੀਰ ਬਣ ਰਿਹਾ ਹੈ, ਤੰਦਰੁਸਤੀ ਆ ਰਹੀ ਹੈ। ਫਰਕ ਹੈ ਦੋਨਾਂ ਚੀਜ਼ਾਂ ਦੇ। ਉਹਨਾਂ ਫਰਮਾਇਆ ਕਿ ਅਬ ਮਨ ਇੱਕ ਸਿਉ ਮੋਹ ਕੀਨਾ, ਮਰੇ ਨਾ ਜਾਵੇ ਸਦ ਹੀ ਸੰਗੇ, ਸਤਿਗੁਰ ਸ਼ਬਦੀ ਚੀਨਾ। ਕਹਿੰਦੇ ਜਿਹਨੂੰ ਉਸ ਸਤਿਗੁਰਾਂ ਦੇ ਨਾਲ ਪ੍ਰੀਤ ਹੋ ਗਈ, ਜਿਹਨੇ ਸਤਿਗੁਰਾਂ ਦੇ ਨਾਲ ਪਿਆਰ ਪਾ ਲਿਆ, ਕੰਮ ਕਾਰ ਉਹਨੇ ਵੀ ਸਾਰੇ ਕਰਨੇ ਆ। ਕਿਉਂਕਿ ਜਿੰਨੇ ਵੀ ਅਸੀਂ ਮਹਾਤਮਾ ਸੰਤ ਦੇਖਦੇ ਹਾਂ, ਉਹ ਆਏ ਇੱਥੇ ਦੁਨੀਆ ਤੇ ਸਾਡੇ ਵਰਗੇ ਹੀ ਬਣ ਕੇ ਆਏ, ਸਾਡੇ ਵਰਗੇ ਹੀ ਬਣ ਕੇ ਆਏ। ਸਾਡੇ ਵਾਂਗੂ ਉਹਨਾਂ ਨੇ ਵਿਆਹ ਸ਼ਾਦੀਆਂ ਕੀਤੀਆਂ, ਬੱਚੇ ਵੀ ਪੈਦਾ ਹੋਏ, ਉਹਨਾਂ ਦਾ ਪਾਲਣ ਪੋਸ਼ਣ ਵੀ ਕੀਤਾ, ਸਭ ਕੁਛ ਕਰਕੇ ਵੀ, ਪਰ ਫਿਰ ਵੀ ਉਹ ਵੱਖਰੇ ਨਿਆਰੇ ਰਹੇ, ਫਸੇ ਨਹੀਂ ਇਸ ਚੀਜ਼ ਦੇ ਵਿੱਚ। ਚਾਹੇ ਅਸੀਂ ਰਾਮ ਜੀ ਦੀ ਗੱਲ ਕਰ ਲਈਏ, ਕ੍ਰਿਸ਼ਨ ਜੀ ਦੀ ਗੱਲ ਕਰ ਲਈਏ, ਚਾਹੇ ਉਹ ਸਿੱਖ ਗੁਰੂਆਂ ਦੀ ਗੱਲ ਕਰ ਲਈਏ, ਰਵਿਦਾਸ ਜੀ, ਕਬੀਰ ਦਾਸ ਜੀ, ਜਿਹਨਾਂ ਦੀ ਮਰਜ਼ੀ ਦੇਖ ਲਈਏ, ਸਾਰੇ ਗ੍ਰਸਤ ਜੀਵਨ ਦੇ ਵਿੱਚ ਆਏ ਨੇ। ਸਾਰਿਆਂ ਨੇ ਕੰਮਕਾਰ ਵੀ ਕੀਤੇ ਨੇ, ਜਿਸ ਤਰ੍ਹਾਂ ਅਸੀਂ ਕਰਮ ਕਰਦੇ ਪਏ ਹਾਂ। ਕਰਮ ਕਰਨਾ ਜ਼ਰੂਰੀ ਹੈ। ਕਰਮ ਨਹੀਂ ਕਰਾਂਗੇ, ਖਾਵਾਂ ਪੀਵਾਂਗੇ ਕਿਸ ਤਰ੍ਹਾਂ, ਕਮਾਵਾਂਗੇ ਨਹੀਂ। ਉਹਨਾਂ ਨੇ ਵੀ ਕਿਸੇ ਨੇ ਜੋੜੇ ਗੰਢੇ, ਕਿਸੇ ਨੇ ਖੱਡੀਆਂ ਹੋਣੀਆਂ, ਕਿਸੇ ਨੇ ਕੋਈ ਹੋਰ ਖੇਤੀਬਾੜੀ ਕੀਤੀ, ਹਰ ਇੱਕ ਨੇ ਕੋਈ ਨਾ ਕੋਈ ਕੰਮ ਕੀਤਾ। ਪਰ ਇਹ ਕਰਮ ਜਿਹੜੇ ਸੀ, ਇਹ ਸਿਰਫ ਤੇ ਸਿਰਫ ਜੀਵਨ ਨਿਰਵਾਹ ਵਾਸਤੇ ਨੇ। ਇਹਨਾਂ ਦੇ ਨਾਲ ਮੁਕਤੀ ਨਹੀਂ ਹੈਗੀ, ਕਿਉਂਕਿ ਇਹ ਕਰਮ ਤਾਂ ਬਾਕੀ ਵੀ ਸਭ ਕਰ ਰਹੇ ਨੇ। ਹਰ ਕੋਈ ਆਪਣੇ ਭੋਜਨ ਦੀ ਤਲਾਸ਼ ਦੇ ਵਿੱਚ ਕੋਈ ਨਾ ਕੋਈ ਕੰਮ ਕਰ ਰਿਹਾ। ਤੇ ਉਹਨੇ ਫਰਮਾਇਆ ਕਿ ਜੇ ਮਰਨ ਜੰਮਣ ਦੇ ਵਿੱਚੋਂ ਕੌਣ ਨਿਕਲੇਗਾ, ਮਰੇ ਨਾ ਜਾਵੇ ਸਦ ਹੀ ਸੰਗੇ, ਸਤਿਗੁਰ ਸ਼ਬਦੀ ਚੀਨਾ। ਜਿਨ੍ਹਾਂ ਨੇ ਆਪਣੇ ਸਤਿਗੁਰਾਂ ਦੇ ਬਚਨਾਂ ਨੂੰ ਘੁੱਟ ਕੇ ਫੜ ਲਿਆ,
ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਦੇ ਨਾਲ ਪਿਆਰ ਪਾ ਲਿਆ, ਉਹ ਕਹਿੰਦੇ ਕਿ ਨਹੀਂ, ਉਹ ਮਰਨ ਜੰਮਣ 'ਚ ਨਹੀਂ ਆਉਣਗੇ, ਫਿਰ ਉਹਨਾਂ ਨੂੰ ਮੁਕਤੀ ਮਿਲ ਜੇਗੀ। ਸਭ ਤੋਂ ਵੱਡਾ ਦੁੱਖ ਕੀ ਹੈ? ਇਹ ਮਰਨ ਜੰਮਣ ਦਾ ਹੀ। ਇਹ 84 ਲੱਖ ਜਿਹੜੀ ਜੂਨ ਜਿਹੜੀ ਆ, ਜਿਹੜੀ ਉਸ ਕਾਲ ਭੁਗਾਨੇ ਰਹਿ ਕਿ ਬਾਰ ਬਾਰ ਅਸੀਂ ਕਦੀ ਕੋਈ ਜੂਨ, ਕਦੀ ਕਿਸੇ 'ਚ, ਕਦੀ ਕਿਸੇ 'ਚ ਦੁੱਖ ਪਾ ਰਹੇ ਹਾਂ। ਕਿੰਨੇ ਤਰ੍ਹਾਂ ਦੀਆਂ ਦੇਖੋ ਜੀਵ ਨੇ। ਕਦੀ ਉਹਨਾਂ ਦਾ ਦੁੱਖ ਪੁੱਛ ਕੇ ਦੇਖੀਏ ਕਿ ਉਹ ਕਿਸ ਤਰ੍ਹਾਂ ਤੜਫਦੇ ਨੇ, ਪਰ ਉਹਨਾਂ ਦੀ ਕੋਈ ਅਦਾਲਤ ਨਹੀਂ ਹੈ। ਕੋਈ ਉਹਨਾਂ ਨੂੰ ਕੋਈ ਕਿਸੇ ਥਾਂ 'ਤੇ ਵੀ ਉਹਨਾਂ ਨੂੰ ਨਿਆਂ ਨਹੀਂ ਮਿਲਦਾ। ਕਿਸੇ ਥਾਂ 'ਤੇ ਇੱਕ ਇਨਸਾਨ ਨੂੰ ਇੰਨੀ ਵਡਿਆਈ ਮਿਲੀ ਹੈ, ਹਰ ਥਾਂ ਇਹਦੀ ਸੁੱਖ ਸੁਵਿਧਾ ਲਈ ਜਿਹੜੇ ਕੰਮ ਕੀਤੇ ਗਏ ਨੇ, ਪਰ ਇਹ ਸਭ ਕਾਹਦੇ ਵਾਸਤੇ ਆ? ਕਿ ਵੀ ਇਹ ਪੌੜੀ ਦਾ ਜਿਸ ਤਰ੍ਹਾਂ ਲਾਸਟ ਡੰਡਾ ਹੈ, ਅਤੇ ਇਹਦੇ ਵਿੱਚੋਂ ਆਪਣਾ ਕੰਮ ਕਰਕੇ, ਜਿਹੜਾ ਕੰਮ ਕਰਨ ਵਾਸਤੇ ਆਏ ਸੀ, ਨਾਲ ਨਾਲ ਸਾਰੇ ਕੰਮ ਕਰਦੇ ਕਰਦੇ ਉਹ ਕੰਮ ਕਰ ਲਈਏ। ਜੇ ਉਹਨੂੰ ਕਹਿੰਦੇ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਮਿਲ ਤਿਲ ਨਾ ਮਾਨੇ। ਦੇਖੀਏ ਅਵਰ ਕਰਤੂਤ ਕਿਹੜੀ ਹੈ? ਅਵਰ ਮਤਲਬ ਕਿ ਸਾਰੇ ਜਿੰਨੇ ਵੀ ਅਸੀਂ ਕੰਮ ਕਰਦੇ ਪਏ ਹਾਂ। ਕਹਿੰਦੇ ਜਮਰਾਜ ਨੇ ਇਹ ਨਹੀਂ ਪੁੱਛਣਾ, ਗੁਰਮੁਖ ਨੇ ਕਈ ਵਾਰੀ ਸਤਸੰਗ ਫਰਮਾਉਣਾ, ਉਹਨੇ ਇਹ ਨਹੀਂ ਪੁੱਛਣਾ ਕਿੰਨੇ ਕੁ ਬੱਚੇ ਪੈਦਾ ਕੀਤੇ ਨੇ, ਕਿੰਨੇ ਕੁ ਪੈਸੇ ਬਣਾਏ ਨੇ, ਕਿੰਨੀਆਂ ਕੋਠੀਆਂ ਬਣਾਈਆਂ ਨੇ, ਕਿੰਨੀਆਂ ਗੱਡੀਆਂ ਤੇਰੇ ਕੋਲ। ਇਹ ਚੀਜ਼ ਦਾ ਹਿਸਾਬ ਕਿਤਾਬ ਉੱਥੇ ਨਹੀਂ ਪੁੱਛਿਆ ਜਾਣਾ। ਹੈ ਕਿ ਗੋਬਿੰਦ ਭਜਨ ਬਿਨ ਤਿਲ ਨਾ ਮਾਨੇ। ਉੱਥੇ ਉਹ ਚੀਜ਼ ਪੁੱਛਣੀ ਹੈ ਕਿ ਕਿੰਨਾ ਕੁ ਬਈ ਭਜਨ ਕੀਤਾ, ਕਿੰਨਾ ਕੁ ਸਤਿਗੁਰਾਂ ਦਾ ਬਚਨ ਮੰਨਿਆ, ਕਿੰਨਾ ਕੁ ਜਿਹੜਾ ਅਸੀਂ ਗੁਰੂ ਨਾਲ ਪਿਆਰ ਕੀਤਾ, ਕੀ ਪ੍ਰੀਤ ਕੀਤੀ। ਜੇ ਉਹ ਚੀਜ਼ ਨਹੀਂ ਹੋਈ ਤਾਂ ਬਾਕੀ ਕੰਮ ਜਿਹੜੇ ਉਹ ਕਹਿੰਦੇ ਕਿ ਕੋਈ ਫਾਇਦਾ ਹੀ ਨਹੀਂ ਇਹਨਾਂ ਦਾ। ਪਰ ਹਾਂ, ਜੇ ਗੋਬਿੰਦ ਪ੍ਰੀਤ ਹੋ ਗਈ, ਫਿਰ ਇਹ ਸਾਰੇ ਕੰਮ ਲੇਖੇ ਪੈ ਜਾਣਗੇ। ਜਿਸ ਤਰ੍ਹਾਂ ਚਮੜੇ 'ਚ ਸੋਨੇ ਦੀ ਮੇਖ ਲੱਗ ਜਾਂਦੀ ਹੈ, ਤਾਂ ਕਹਿੰਦੇ ਫਿਰ ਚਮਦੀਆਂ ਚੱਲਦੀਆਂ ਨੇ। ਮੁੱਲ ਕਾਹਦਾ? ਸੋਨੇ ਦੀ ਮੇਖ ਦਾ, ਚਮੜੇ ਦਾ ਕੋਈ ਮੁੱਲ ਨਹੀਂ। ਇਸੇ ਤਰ੍ਹਾਂ ਹੀ ਉਹ ਸੋਨੇ ਦੀ ਮੇਖ ਕਿਹੜੀ ਹੈ? ਉਹ ਸਤਿਗੁਰਾਂ ਦਾ ਭਜਨ ਸਿਮਰਨ, ਸਤਿਗੁਰਾਂ ਦੀ ਪ੍ਰੀਤ। ਜੇ ਉਹ ਬਣ ਗਈ ਤੇ ਜਿੰਨੇ ਕੰਮ ਬਾਕੀ ਨੇ ਸਾਰੇ ਲੇਖੇ ਪੈ ਜਾਣਗੇ, ਕੋਈ ਗੱਲ ਨਹੀਂ ਹੈਗੀ। ਪਰ ਜੇ ਇਕੱਲੇ ਇਹੋ ਹੀ ਕਰਦੇ ਰਹੇ ਤੇ ਜੇ ਉਹ ਨਾ ਕੀਤੀ ਤੇ ਫਿਰ ਕੋਈ ਫਾਇਦਾ ਨਹੀਂ, ਫਿਰ ਬਾਕੀ ਕੰਮਾਂ ਦਾ ਕੋਈ। ਕਿਉਂਕਿ ਵਿਣ ਤੋਂ ਹੋਰ ਜੋ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਤੇ ਜਦੋਂ ਤੱਕ ਉਹਨਾਂ ਨੇ ਫਰਮਾਇਆ ਕਿ ਸਤਿਗੁਰਾਂ ਦੇ ਸ਼ਬਦ ਉਹਨਾਂ ਦੇ ਬਚਨਾਂ ਦੇ ਉੱਤੇ ਨਾਲ ਪ੍ਰੇਮ ਨਾ ਹੋਇਆ, ਉਹਨਾਂ ਦੇ ਬਚਨਾਂ ਦੇ ਮੁਤਾਬਕ ਆਪਾਂ ਜੀਵਨ ਨਾ ਆਪਣਾ ਬਣਾਇਆ, ਉਹਦੇ ਨਾਲ ਪ੍ਰੀਤ ਨਾ ਕੀਤੀ, ਉਦੋਂ ਤੱਕ ਇੱਥੋਂ ਛੁਟਕਾਰਾ ਨਹੀਂ ਹੋ ਸਕਦਾ। ਪਰ ਜਿਹਦੀ ਵੀ, ਜਿਸ ਤਰ੍ਹਾਂ ਕਿਹਾ ਕਿ ਅਬ ਮਨ ਇੱਕ ਸਿਉ ਮੋਹ ਕੀਨਾ, ਦੁਨੀਆ ਦੇ ਨਾਲ ਹੋਰ ਕੋਈ ਕੰਮ ਨਾ ਭਾਵੇਂ ਹੋਵੇ, ਜੇ ਇਕੱਲਾ ਇੱਕ ਕੰਮ ਹੋ ਗਿਆ ਤੇ ਇਹ ਆਪਣੀ ਮੁਕਤੀ ਇਹਦੀ ਮੁੱਠੀ ਦੇ ਵਿੱਚ, ਇਹ ਨਿਕਲ ਜਾਏਗਾ, ਇਹਨੂੰ ਕੋਈ ਵੀ ਡੱਕ ਨਹੀਂ ਸਕਦਾ। ਕਿਉਂਕਿ ਅਸੀਂ ਸਤਿਗੁਰਾਂ ਦੇ ਬਚਨ ਸੁਣੇ ਨੇ। ਗੁਰੂ ਮਹਾਰਾਜ ਨੇ ਕਈ ਵਾਰ ਫਰਮਾਇਆ ਕਿ ਜੇ ਇਹਨੂੰ ਆਪਣੇ ਗੁਰੂ ਤੇ ਭਰੋਸਾ ਆ ਗਿਆ, ਜੇ ਇਹਨੂੰ ਆਪਣੇ ਗੁਰੂ ਦੇ ਨਾਲ ਪਿਆਰ ਹੋ ਗਿਆ, ਤੇ ਗੁਰੂ ਮਹਾਰਾਜ ਨੇ ਫਰਮਾਉਣਾ ਯਮਰਾਜ ਵੀ ਇਹਦਾ ਰਸਤਾ ਨਹੀਂ ਰੋਕ ਸਕਦਾ। ਯਮਰਾਜ ਵੀ ਅੱਗੇ ਆਏ, ਇਹ ਯਮਰਾਜ ਦੇ ਸਿਰ ਤੇ ਪੈਰ ਰੱਖ ਕੇ ਅੱਗੇ ਲੰਘੇਗਾ। ਕੋਈ ਤਾਕਤ ਨਹੀਂ ਹੈ ਇਹਨੂੰ ਜਿਹੜੀ ਇੱਥੇ ਫਿਰ ਇਸ ਜਿਹੜੀ ਆ ਜਗ੍ਹਾ ਤੇ ਕੈਦ ਕਰ ਲੇ। ਪਰ ਜੇ ਇਹਨੇ ਬਾਕੀ ਕੰਮ ਸਾਰੇ ਕਰ ਲਏ, ਉਹ ਨਹੀਂ ਕੀਤਾ, ਤੇ ਫਿਰ ਤੇ ਇਹਨੂੰ ਬਈ ਜਿਹੜਾ ਮਰਜ਼ੀ ਖਿਲਾਰ ਲੇਗਾ, ਜਿੱਥੇ ਮਰਜ਼ੀ ਖਿਲਾਰ ਲੇਗਾ। ਹਾਂਜੀ। ਅਬ ਮਨ ਏਕ ਸਿਉ ਮੋਹ ਕੀਨਾ, ਮਰੇ ਨਾ ਜਾਵੇ ਸਦ ਹੀ ਸੰਗੇ, ਸਤਿਗੁਰ ਸ਼ਬਦੀ ਚੀਨਾ, ਕਾਮ ਹੇਤ ਕੁੰਚਰ ਲੈ ਫਾਂਕਿਓ, ਉਹ ਪਰ ਵਸ ਭਇਓ ਵਿਚਾਰਾ, ਨਾਦ ਹੇਤ ਸਿਰ ਡਾਰਿਓ ਕੁਰੰਕਾਰ, ਉਸ ਹੀ ਹੇਤ ਬਿਦਾਰਾ। ਹੁਣ ਅੱਗੇ ਹੋਰ ਮਿਸਾਲ ਦੇ ਰਹੇ ਨੇ, ਫਰਮਾਉਂਦੇ ਨੇ ਕਾਮ ਹੇਤ ਕੁੰਚਰ ਲੈ ਫਾਂਕਿਓ, ਉਹ ਪਰਵਸ ਪਿਓ ਵਿਚਾਰਾ। ਹਾਥੀ ਦੀ ਮਿਸਾਲ ਦੇ ਰਹੇ ਨੇ। ਕੁੰਚਰ ਕਹਿੰਦੇ ਹਾਥੀ ਨੂੰ, ਕਹਿੰਦੇ ਕਿ ਹਾਥੀ ਜਿਹੜਾ ਆ, ਹੁਣ ਏਡਾ ਵੱਡਾ ਜੀਵ ਹੈ, ਇੰਨੀ ਉਹਦੇ 'ਚ ਤਾਕਤ ਹੈ ਕਿ ਉਹ ਕੋਈ ਬੰਦਾ ਉਹਨੂੰ ਫੜ ਲੇ ਜਾਂ ਉਹਨੂੰ ਕੈਦ ਕਰ ਲੇ, ਕਦੀ ਹੋ ਸਕਦਾ ਹੈ। ਪਰ ਕਹਿੰਦੇ ਕਿ ਉਹ ਕਾਹਦੇ ਨਾਲ
ਵਸ 'ਚ ਆ ਗਿਆ। ਉਹਨੇ ਫਰਾਇਆ ਕਾਮ ਹੇਤ, ਕਾਮ ਵਾਸਨਾ ਦੇ ਚੱਕਰ ਦੇ ਵਿੱਚ ਕਿ ਉਹ ਆਪਣੇ ਕਹਿੰਦੇ ਆ ਕਿ ਜਦੋਂ ਜੰਗਲ ਦੇ ਵਿੱਚ ਉਹਨੂੰ ਹਾਥੀ ਨੂੰ ਫੜਦੇ ਨੇ, ਜੰਗਲੀ ਹਾਥੀ, ਉਹ 'ਚ ਇੰਨੀ ਤਾਕਤ ਇੰਨਾ ਹੁੰਦਾ ਕਿ ਉਹਨੂੰ ਕੋਈ ਰੋਕ ਨਹੀਂ ਸਕਦਾ, ਫੜ ਨਹੀਂ ਸਕਦਾ, ਇੰਨਾ ਉਹਦੇ 'ਚ ਸਰੀਰ 'ਚ ਬਲ ਹੁੰਦਾ ਹੈ। ਲੇਕਿਨ ਕਹਿੰਦੇ ਆ ਕਿ ਇੱਕ ਵੱਡਾ ਸਾਰਾ ਜਿਹੜਾ ਕਹਿੰਦੇ ਆ ਜਿਸ ਤਰ੍ਹਾਂ ਟੋਆ ਖੂਹ ਪੁੱਟ ਕੇ ਇੱਕ, ਤੇ ਉਹਦੇ ਉੱਤੇ ਇੱਕ ਉਹਦੀ ਹਥਨੀ ਦੀ ਤਸਵੀਰ ਲਗਾ ਦਿੰਦੇ ਨੇ ਉੱਤੇ ਜਿਹੜੇ ਸ਼ਿਕਾਰੀ ਜਿਹੜੇ ਨੇ, ਤੇ ਉਹਦੇ ਵੱਸ ਉਹਦੇ ਆਪਣੇ ਉਸ ਵਾਸਨਾ ਦੇ ਵੱਸ ਕਹਿੰਦੇ ਕਿ ਜਦੋਂ ਦੌੜਾ ਆਉਂਦਾ ਉਹਦੇ ਵੱਲ ਆਉਂਦਾ ਹੈ ਤੇ ਉਸ ਖੂਹ ਦੇ ਵਿੱਚ ਜਾਂ ਉਸ ਗੱਡੇ ਦੇ ਵਿੱਚ ਉਹ ਡਿੱਗ ਜਾਂਦਾ ਹੈ। ਫਿਰ ਕਿੰਨੇ ਦਿਨ ਉਹਨੂੰ ਭੁੱਖਿਆ ਰੱਖਿਆ ਜਾਂਦਾ ਹੈ, ਬੜਾ ਚਿੰਗਾਰਦਾ ਹੈ, ਬੜਾ ਕੁਛ ਕਰਦਾ ਉੱਥੋਂ ਨਿਕਲਣ ਦਾ ਯਤਨ, ਪਰ ਨਹੀਂ ਨਿਕਲਿਆ ਜਾਂਦਾ। ਫਿਰ ਬੜੇ ਦਿਨ ਉਹਨੂੰ ਭੁੱਖਿਆ ਰੱਖਿਆ ਜਾਂਦਾ ਹੈ। ਜਦੋਂ ਸਰੀਰ ਕਮਜ਼ੋਰ ਹੋ ਜਾਂਦਾ ਹੈ, ਬੜਾ ਉਹਦੇ 'ਚੋਂ ਉਸ ਬਲ ਘਟ ਜਾਂਦਾ ਹੈ, ਫਿਰ ਉਹਨੂੰ ਜਿਹੜਾ ਸ਼ਿਕਾਰੀ ਆ ਉਹਨੂੰ ਆਪਣੇ ਅਧੀਨ ਕਰਕੇ, ਕੈਦ ਕਰਕੇ, ਤੇ ਫਿਰ ਉਹਨੂੰ ਬਾਹਰ ਕੱਢਦਾ ਹੈ। ਫਿਰ ਉਹ ਉਹਦੇ ਪੈਰ ਬੇੜੀਆਂ ਪਾ ਕੇ ਉਹਨੂੰ ਹੌਲੀ ਹੌਲੀ ਉਹਨੂੰ ਆਪਣੇ ਕੰਮ ਲੈਂਦਾ ਉਹਦੇ ਕੋਲੋਂ ਸਾਰੇ। ਤੇ ਸਿਰਫ ਫਸਿਆ ਕਾਹਦੇ ਵਾਸਤੇ? ਸਿਰਫ ਆਪਣੇ ਇੱਕ ਮੋਹ ਉਸ ਕਰਕੇ, ਕਾਮ ਕਰਕੇ। ਕਹਿੰਦੇ ਕਾਮ ਹੇਤ ਕੁੰਜਰ ਲੈ ਫਾਂਕਿਓ, ਉਹ ਪਰਵਸ ਪਿਓ ਵਿਚਾਰਾ। ਪਰਵਸ ਮਤਲਬ ਪਰ ਅਧੀਨਤਾ ਪੈ ਕੇ ਸਾਰੀ ਉਮਰ ਕੰਮ ਕਰਦਾ ਰਹਿੰਦਾ ਆ, ਪਰ ਕਾਹਦੇ ਨਾਲ ਉਹ ਆਪਣਾ ਸਾਰੀ ਉਹਦੀ ਆਜ਼ਾਦੀ ਉਹਨੇ ਖੋ ਲਈ? ਇੱਕ ਚੀਜ਼ ਦੇ ਵੱਸ ਹੋ ਕੇ। ਅੱਗੇ ਹੁਣ ਆਇਆ ਨਾਦ ਹੇਤ ਸਿਰ ਡਾਂਕਿਓ ਕੁਰੰਕਾ, ਉਸ ਹੀ ਹੇਤ ਬਿਦਾਰਾ। ਹਿਰਨ ਜਿਹੜਾ ਆ ਹੁਣ ਇੰਨਾ ਤੇਜ਼ ਦੌੜਦਾ ਹੈ, ਕਿਸੇ ਦੇ ਉਹ ਆਉਣ ਨਹੀਂ ਵਾਲਾ ਹੱਥ, ਇਹ ਜਿਹੜੇ ਸ਼ਿਕਾਰੀ ਜਿਹੜੇ ਮਗਰ ਭੱਜ ਕੇ ਉਹਨੂੰ ਫੜ ਨਹੀਂ ਸਕਦੇ। ਪਰ ਕਾਹਦੇ ਵਾਸਤੇ? ਕਹਿੰਦੇ ਕਿ ਜਦੋਂ ਉਹ ਨਾਦ ਉਹ ਜਿਹੜਾ ਵਜਾਉਂਦੇ ਨੇ ਕੰਡੇ ਹੇੜੇ ਦੀ, ਕਹਿੰਦੇ ਉਹਦੀ ਤਾਨ ਦੇ ਉੱਤੇ, ਜਦੋਂ ਉਹਦੀ ਉਹ ਤਾਲ ਵਜਾਉਂਦੇ ਨੇ ਉਹ ਇਸ ਤਰ੍ਹਾਂ ਬਹਿ ਕੇ, ਤੇ ਉਹ ਉਹਦੀ ਨਾਦ ਦੇ ਉੱਤੇ ਇੰਨਾ ਮੋਹਿਤ ਹੋ ਜਾਂਦਾ ਹੈ, ਉਹ ਆਪ ਹਿਰਨ ਕਹਿੰਦੇ ਆ ਕੇ ਤੇ ਸ਼ਿਕਾਰੀ ਦੇ ਗੋਦੀ 'ਚ ਸਿਰ ਰੱਖ ਦਿੰਦਾ ਉਸ ਵੇਲੇ। ਸਿਰਫ ਉਹ ਉਸ ਨਾਦ ਦੇ ਉੱਤੇ ਇੰਨਾ ਮੋਹਿਤ ਹੋ ਕੇ, ਉਹ ਕੰਨਾਂ ਦੀ ਜਿਹੜੀ ਰਸ ਸੀ ਉਹਦੇ ਵਿੱਚ ਉਹ ਕੈਦ ਹੋ ਜਾਂਦਾ ਹੈ। ਲੇਕਿਨ ਆਪਣੀ ਸਾਰੀ ਉਮਰ ਉਹਨੇ ਜਿਹੜੀ ਸੀ ਫਿਰ ਜਿਹੜੀ ਸੀ ਉਹ ਜਿਹੜਾ ਟਾਈਮ ਸੀ ਉਹ ਗਵਾ ਲਿਆ, ਸ਼ਿਕਾਰੀਆਂ ਨੂੰ ਫੜ ਕੇ ਜੋ ਮਰਜ਼ੀ ਉਹਦੇ ਨਾਲ ਕਰੇ, ਫਿਰ ਉਹਦਾ ਵੱਸ ਨਹੀਂ। ਇੱਕ ਇੱਕ ਚੀਜ਼ ਦੀ, ਜਿਸ ਤਰ੍ਹਾਂ ਪਿੱਛੇ ਦੱਸਿਆ ਉਹਨਾਂ ਨੇ ਕਿ ਭੰਵਰਾ ਜਿਹੜਾ ਹੈ ਕਮਲ ਦੇ ਫੁੱਲ ਦੇ ਉੱਤੇ ਮੋਹਿਤ ਹੋ ਗਿਆ, ਮਛਲੀ ਜਿਹੜੀ ਹੈ ਪਾਣੀ ਦੇ ਨਾਲ ਉਹਨੇ ਪਿਆਰ ਪਾ ਲਿਆ, ਹਾਥੀ ਜਿਹੜਾ ਸੀ ਉਹ ਆਪਣੀ ਵਾਸ਼ਨਾ ਕਰਕੇ ਕੈਦ ਹੋ ਗਿਆ, ਹਿਰਨ ਜਿਹੜਾ ਸੀ ਆਪਣੇ ਕੰਨਾਂ ਦੇ ਸਵਾਦ ਕਰਕੇ ਹੋ ਗਿਆ। ਇਸੇ ਤਰ੍ਹਾਂ ਹਰ ਇੱਕ ਅੰਦਰ ਕੋਈ ਨਾ ਕੋਈ ਇੱਕ ਚੀਜ਼ ਜਿਹੜੀ ਹੈ ਪ੍ਰਬਲ ਹੁੰਦੀ ਹੈ। ਕਿਸੇ ਦੇ ਅੰਦਰ ਕਾਮ ਪ੍ਰਬਲ ਹੈ, ਕਿਸੇ ਦੇ ਅੰਦਰ ਕ੍ਰੋਧ ਪ੍ਰਬਲ ਹੈ, ਕਿਸੇ ਦੇ ਅੰਦਰ ਲੋਭ ਜ਼ਿਆਦਾ ਹੈ, ਕਿਸੇ ਦੇ ਅੰਦਰ ਹੰਕਾਰ ਜ਼ਿਆਦਾ ਹੈ। ਕਿਸੇ ਨਾ ਕਿਸੇ ਚੀਜ਼ ਕਰਕੇ ਉਹਨੂੰ ਮਾਰ ਪੈਂਦੀ ਹੈ। ਪਰ ਜਦੋਂ ਸਤਿਗੁਰਾਂ ਦੀ ਦਇਆ ਦੇ ਨਾਲ ਉਹਨਾਂ ਦੇ ਵਚਨਾਂ ਦੀ ਸਮਝ ਲੱਗ ਗਈ, ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਹਰ ਬੰਦਾ ਜਿਹੜਾ ਆ ਉਸ ਚੀਜ਼ ਤੋਂ ਉੱਠ ਜਾਂਦਾ ਹੈ। ਸਿਰਫ ਉਹ ਪ੍ਰੇਮ ਕਿਹਦੇ ਨਾਲ ਪਾਏਗਾ? ਗੁਰੂ ਨਾਲ, ਜਿਹੜਾ ਇੱਥੋਂ ਆਪ ਨਿਕਲਿਆ ਹੋਇਆ, ਜਿਹੜਾ ਇੱਥੇ ਕੈਦ ਨਹੀਂ ਹੈਗਾ। ਅਸੀਂ ਤਾਂ ਆਪਣੇ ਕਰਮਾਂ ਦੇ ਵੱਜੇ ਆਏ ਹਾਂ, ਪਰ ਗੁਰੂ ਸਾਨੂੰ ਛਡਾਉਣ ਵਾਸਤੇ ਆਇਆ। ਉਹਨੂੰ ਰਸਤਾ ਪਤਾ ਹੈ, ਜਿੱਧਰੋਂ ਆਇਆ ਉਹਨੂੰ ਪਤਾ ਕਿੱਧਰੋਂ ਨਿਕਲਣਾ ਹੈ। ਸਾਨੂੰ ਨਹੀਂ ਪਤਾ ਅਸੀਂ ਕਿੱਥੋਂ ਆਏ ਹਾਂ, ਸਾਨੂੰ ਪਤਾ ਨਹੀਂ ਕਿੱਧਰ ਨੂੰ ਜਾਣਾ ਹੈ। ਇਸ ਕਰਕੇ ਜਿਹੜਾ ਉਸ ਗੁਰੂ ਦੇ ਨਾਲ ਪ੍ਰੀਤ ਪਾ ਲੈਂਦਾ ਹੈ, ਜਿਹੜਾ ਗੁਰੂ ਤੇ ਭਰੋਸਾ ਕਰਕੇ ਉਹਦੇ ਵਚਨਾਂ ਦੇ ਉੱਤੇ ਚੱਲਣ ਲੱਗ ਪੈਂਦਾ ਹੈ, ਉਹ ਫਿਰ ਇਸ ਰਸਤੇ ਉਸੇ ਰਸਤੇ ਹੀ ਇਹ ਵਾਪਸ ਨਿਕਲ ਜਾਂਦਾ ਹੈ ਤੇ ਇਹ ਉਸ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਹਾਂਜੀ। ਦੇਖ ਕੁਟੰਬ ਲੋਭ ਮੋਹਿਓ ਪ੍ਰਾਣੀ, ਮਾਇਆ ਕੋ ਲਪਟਾਨਾ, ਅਤ ਰਚਿਓ ਕਰ ਲੀਨੋ ਆਪਣਾ, ਉਨ ਛੋੜ ਸਰਾਪਰ ਜਾਨਾ। ਹੁਣ ਦੇਖੋ ਸਾਰੀਆਂ ਮਿਸਾਲਾਂ ਦੇ ਕੇ ਤੇ ਫਿਰ ਸਾਨੂੰ ਉਸ ਚੀਜ਼ ਤੇ ਲਿਆ ਰਹੇ ਨੇ ਕਿ ਜਿਸ ਚੀਜ਼ ਦੀ ਸਾਨੂੰ ਸਮਝਾਉਣਾ ਚਾਹੁੰਦੇ ਨੇ। ਹੁਣ ਅਸੀਂ ਸੋਚਦੇ ਹਾਂ ਕਿ ਹਾਥੀ ਦੀ ਮਿਸਾਲ ਕਾਹਦੇ ਵਾਸਤੇ, ਹਿਰਨ ਦੀ ਮਿਸਾਲ ਕਾਹਦੇ ਵਾਸਤੇ, ਮੱਛੀ ਦੇ ਨਾਲ ਸਾਡਾ ਕੀ ਲੈਣਾ ਦੇਣਾ ਹੈ, ਭੰਵਰੇ ਨਾਲ ਸਾਡਾ ਕੀ ਲੈਣਾ ਦੇਣਾ ਹੈ। ਪਰ ਉਹਦੀਆਂ ਮਿਸਾਲਾਂ ਦੇ ਕੇ ਸਾਨੂੰ ਸਮਝਾਉਣਾ ਚਾਹੁੰਦੇ ਨੇ, ਫਰਮਾਉਂਦੇ ਨੇ ਜਿਸ ਤਰ੍ਹਾਂ ਉਹ ਇੱਕ ਇੱਕ ਚੀਜ਼ ਕਰਕੇ ਫਸ ਗਏ ਤੇ ਹੁਣ ਸਾਡੇ ਅੰਦਰ ਤੇ ਹੋਰ ਕਈ ਚੀਜ਼ਾਂ ਕੰਮ ਕਰ ਰਹੀਆਂ ਨੇ। ਸਾਡਾ ਉਹਨਾਂ ਦਾ ਤੇ ਇੱਕ ਇੱਕ ਨਾਲ ਪਿਆਰ ਸੀ ਤੇ ਤਾਂ ਨਹੀਂ ਨਿਕਲ ਸਕੇ। ਅਸੀਂ ਆਪਣੀਆਂ ਦੇਖੀਏ ਕਿ ਕਿੱਥੇ ਕਿੱਥੇ ਡੋਰਾਂ ਵੱਜੀਆਂ ਪਈਆਂ ਨੇ, ਉਹ ਇੱਕ ਇੱਕ ਡੋਰ ਕਰਕੇ ਨਹੀਂ ਨਿਕਲ ਸਕੇ। ਹੁਣ ਉਹਦਾ ਨਾਂ ਲੈ ਰਹੇ ਫਰਮਾਉਂਦੇ ਨੇ ਦੇਖ ਕੁਟੰਬ ਲੋਭ ਮੋਹਿਓ ਪ੍ਰਾਣੀ, ਮਾਇਆ ਕੋ ਲਪਟਾਣਾ। ਕਹਿੰਦੇ ਆਪਣੇ ਜਦੋਂ ਅਸੀਂ ਪਰਿਵਾਰ ਨੂੰ ਦੇਖਦੇ ਹਾਂ, ਮਨ ਦੇ ਵਿੱਚ ਆਉਂਦਾ ਹੈ ਕਿ ਬਈ ਇਹੋ ਹੀ ਸਾਡਾ ਹੈ,
ਇਹੋ ਹੀ ਸਾਡੇ ਨੇ, ਇਹੋ ਹੀ ਸਾਡੇ ਸੱਚੇ ਸਾਥੀ ਨੇ। ਕੁਟੁੰਬ ਦੇ ਵਾਸਤੇ ਕਿੰਨੇ ਕਿੰਨੇ ਅਸੀਂ ਪਾਪ ਕਰਦੇ ਹਾਂ, ਗੁਰੂ ਦਾ ਬਚਨ ਵੀ ਲੰਘ ਜਾਂਦੇ ਹਾਂ, ਗੁਰੂ ਨਾਲ ਵੀ ਅਸੀਂ ਇੱਕ ਹਿਸਾਬ ਨਾਲ ਕਹਿ ਲਈਏ ਕਿ ਵਿਗਾੜ ਲੈਂਦੇ ਹਾਂ। ਕਾਹਦੇ ਵਾਸਤੇ? ਸਿਰਫ ਇਸੇ ਚੀਜ਼ ਵਾਸਤੇ। ਸਤਿਗੁਰਾਂ ਨੇ ਕਈ ਵਾਰੀ ਫਰਮਾਉਣਾ ਕਿ ਬਈ ਭਗਤੀ ਅਸੀਂ ਕਰਦੇ ਹਾਂ, ਜੇ ਕਿਤੇ ਕੋਈ ਘਰ ਦੇ ਵਿੱਚ ਕੋਈ ਸਾਡੀ ਕੋਈ ਮਰਜ਼ੀ ਨਾਲ ਜਿਸ ਤਰ੍ਹਾਂ ਕਿ ਦਾਤ ਉਹ ਨਹੀਂ ਮਿਲਦੀ, ਇੱਥੋਂ ਤੱਕ ਗੁਰਮਤਿ ਨੇ ਫਰਮਾਉਣਾ ਕਿ ਜੇ ਕਿਸੇ ਨੂੰ ਕੋਈ ਮੁੰਡਾ ਕੁੜੀ ਨਹੀਂ ਮਿਲਦਾ ਤੇ ਉਹ ਗੁਰੂ ਛੱਡ ਦਿੰਦਾ ਹੈ। ਕਿਸੇ ਦਾ ਕਾਰੋਬਾਰ ਨਹੀਂ ਚੱਲਦਾ, ਉਹ ਗੁਰੂ ਛੱਡ ਦਿੰਦਾ ਹੈ। ਕਿਸੇ ਦੀ ਬਿਮਾਰੀ ਦੂਰ ਨਹੀਂ ਹੁੰਦੀ, ਉਹ ਕਹਿੰਦਾ ਕਿ ਗੁਰੂ ਕੋ ਕੀ ਲੈਣਾ ਹੈ। ਮਤਲਬ ਕੀ ਕਿ ਅਸੀਂ ਤੇ ਗੁਰੂ ਨੂੰ ਸਿਰਫ ਤੇ ਸਿਰਫ ਇੱਕ ਜ਼ਰੀਆ ਬਣਾਇਆ ਇਹਨਾਂ ਸੰਸਾਰੀ ਚੀਜ਼ਾਂ ਨੂੰ ਪਾਉਣ ਵਾਸਤੇ। ਪਰ ਬਈ ਇਹ ਚੀਜ਼ਾਂ ਤੇ ਸਤਿਗੁਰਾਂ ਨੇ ਕਈ ਵਾਰ ਫਰਮਾਉਣਾ ਕਿ ਇਹ ਚੀਜ਼ਾਂ ਤੇ ਬਈ ਬਾਹਰ ਵੀ ਸੁਖਣਾ ਸੁੱਕੇ, ਕਹਿੰਦੇ ਕਬਰਾਂ, ਗੁਰਮਤਿ ਨੇ ਫਰਮਾਏ ਕਬਰਾਂ ਦੇ ਮੱਥੇ ਟੇਕ ਕੇ ਵੀ ਮੁੰਡੇ ਕੁੜੀਆਂ ਮਿਲ ਜਾਣਗੇ। ਪਰ ਜੋ ਗੁਰੂ ਦੇਣ ਆਇਆ ਏ ਉਹ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਗੁਰੂ ਕੋਲ ਲੈਣਾ ਕੀ ਹੈ। ਜੇ ਪਤਾ ਲੱਗ ਜਾਂਦਾ ਤੇ ਫਿਰ ਗੁਰੂ ਦੇ ਬਚਨ ਤੇ ਚੱਲ ਕੇ ਫਿਰ ਕੰਮ ਕਰਦਿਆਂ ਕਰਦਿਆਂ ਨਿਆਰੇ ਹੋ ਜਾਣਾ ਸੀ। ਫਿਰ ਇੱਥੇ ਇਹ ਨਹੀਂ ਰਹਿਣਾ ਜਿਸ ਤਰ੍ਹਾਂ ਸਤਿਗੁਰੂ ਜਦੋਂ ਇੱਥੇ ਦੇਹ ਧਾਰ ਕੇ ਆਉਂਦੇ ਨੇ, ਚਾਹੇ ਪਿੱਛੇ ਜਿਹੜੇ ਵੀ ਸੰਤ ਮਹਾਤਮਾ ਦੀ ਗੱਲ ਦੇਖੋ, ਸਾਡੇ ਵਾਂਗੂ ਹੀ ਆਏ ਹੋ, ਸਾਡੇ ਵਰਗਾ ਹੀ ਸਰੀਰ ਉਹਨਾਂ ਨੇ ਧਾਰਨ ਕੀਤਾ, ਸਭ ਕੁਛ ਕੀਤਾ, ਪਰ ਫਿਰ ਵੀ ਅਲੱਗ ਨਾ ਲੱਗ ਰਹੇ, ਜੁੜੇ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ। ਪਰ ਪ੍ਰੇਮ ਜਿਹੜਾ ਸੀ, ਡੋਰ ਜਿਹੜੀ ਸੀ ਉਸੇ ਨਾਲ ਹੀ ਜੋੜ ਛੱਡੀ। ਹੁਣ ਇਸੇ ਤਰ੍ਹਾਂ ਨੇ ਫਰਮਾਇਆ ਕਿ ਦੇਖ ਕੁਟੰਬ ਲੋਭ ਮੋਹਿਓ ਪ੍ਰਾਣੀ, ਕਿ ਆਪਣੇ ਘਰ ਪਰਿਵਾਰ ਨੂੰ ਦੇਖ ਕੇ ਇਹ ਜਾਲ 'ਚ ਫਸ ਗਿਆ, ਔਰ ਜਾਲ 'ਚ ਫਸ ਕੇ ਕੀ ਕੀਤਾ ਕਿ ਇਹਨੇ ਮਾਇਆ ਕੋ ਲਪਟਾਨਾ। ਇਹ ਸੋਚਦਾ ਹੈ ਕਿ ਬਈ ਮੈਂ ਤੇ ਕੰਮ ਕਰਨਾ, ਹੋਰ ਤੇ ਕੋਈ ਲੋੜ ਨਹੀਂ, ਬਸ ਪਰ ਘਰ-ਬਾਰ ਤੇ ਚਲਾਉਣਾ ਹੈ ਨਾ, ਘਰ-ਬਾਰ ਵਾਸਤੇ ਤੇ ਹਰ ਚੀਜ਼ ਦੀ ਲੋੜ ਹੈ। ਇਹ ਠੀਕ ਹੈ, ਕਰਮ ਕਰਨਾ ਜ਼ਰੂਰੀ ਹੈ, ਪਰ ਜਿਹੜਾ ਉਹਨਾਂ ਨੇ ਕਿਹਾ ਕਿ ਮਾਇਆ ਕੋ ਲਪਟਾਨਾ, ਲਿਪਟ ਗਏ ਜਿਹੜੇ ਉਸ ਚੀਜ਼ ਨਾਲ ਹੀ। ਪਤਾ ਹੀ ਨਹੀਂ ਲੱਗਾ ਕਾਲ ਨੇ ਕਿਹੜੇ ਵੇਲੇ ਉਹ ਜਿਹੜਾ ਸੀ ਮਨ ਦੇ ਜਿਹੜੇ ਸਾਰੇ ਖਿਆਲ ਬਦਲਤੇ। ਪਤਾ ਤੇ ਸੀ, ਸਭ ਨੂੰ ਪਤਾ, ਕਿਹੜੇ ਸਿੱਖ ਨੂੰ ਨਹੀਂ ਪਤਾ ਕਿ ਬਈ ਇਹ ਚੀਜ਼ਾਂ ਨਾਲ ਨਹੀਂ ਜਾਣੀਆਂ, ਸਭ ਨੂੰ ਪਤਾ। ਹੁਣ ਅੱਗੇ ਫਰਮਾਇਆ ਅਤ ਰਚਿਓ ਕਰ ਲੀਨੋ ਆਪਣਾ, ਉਹਨ ਛੋੜ ਸਰਾਪਰ ਜਾਣਾ। ਕਹਿੰਦੇ ਪਤਾ ਸਭ ਨੂੰ ਹੈ ਕਿ ਜਿੰਨੀ ਮਰਜ਼ੀ ਜੋ ਮਰਜ਼ੀ ਇਕੱਠਾ ਕਰ ਲਈਏ, ਨਾਲ ਕੁਛ ਨਹੀਂ ਜਾਣਾ, ਇੱਕ ਦਿਨ ਸਭ ਕੁਛ ਇੱਥੇ ਛੱਡਣਾ ਹੀ ਪੈਣਾ ਹੈ ਹਰ ਇੱਕ ਨੂੰ। ਚਾਹੇ ਵੱਡੇ ਪਰਿਵਾਰ ਹੋਣ, ਵੱਡੀਆਂ ਕੋਠੀਆਂ ਹੋਣ, ਵੱਡੀਆਂ ਕਾਰਾਂ ਹੋਣ, ਪੈਸਾ ਜਿੰਨਾ ਮਰਜ਼ੀ ਅੱਤ ਦਾ ਇਕੱਠਾ ਕਰ ਲਈਏ, ਪਰ ਬਈ ਇਹ ਨਾਲ ਤੇ ਕੋਈ ਜਾਣਾ ਨਹੀਂ। ਫਿਰ ਵਾਧੂ ਚੀਜ਼ ਦਾ ਕੀ ਹੈ? ਰੋਟੀ ਵੀ ਅਸੀਂ ਘਰ 'ਚ ਬਣਾਉਂਦੇ ਹਾਂ ਤੇ ਇੱਕ ਦੂਜੇ ਨੂੰ ਪੁੱਛ ਕੇ ਬਣਾਉਂਦੇ ਹਾਂ ਕਿ ਕਿੰਨੀ ਖਾਣੀ, ਵੇਸਟ ਨਾ ਜਾਵੇ। ਆਟਾ ਭਾਵੇਂ 50 ਕਿਲੋ ਘਰ 'ਚ ਪਿਆ ਹੋਵੇ, ਪਰ ਪਤਾ ਹੈ ਕਿ ਪੇਟ 'ਚ ਜਿੰਨੀ ਕੁ ਪੈਣੀ ਆ ਉਨੀ ਕੀ ਬਣਾਉਣੀ। ਇਸੇ ਤਰ੍ਹਾਂ ਮਾਇਆ ਦੀ ਲੋੜ ਹੈਗੀ ਹੈ, ਮਾਇਆ ਵੀ ਚਾਹੀਦੀ ਹੈ, ਘਰ-ਬਾਰ ਵੀ ਚਾਹੀਦਾ ਹੈ, ਗੱਡੀਆਂ ਵੀ ਚਾਹੀਦੀਆਂ ਨੇ, ਸਭ ਕੁਝ ਚਾਹੀਦਾ ਹੈ। ਪਰ ਉਹਨਾਂ ਨੇ ਕਿਹਾ ਕਿ ਉਹਦੇ ਨਾਲ ਲਿਪਟ ਨਹੀਂ ਜਾਣਾ, ਕੰਮ ਲੈਣਾ ਹੈ ਉਹਨਾਂ ਕੋਲੋਂ। ਜਿਸ ਤਰ੍ਹਾਂ ਸਤਿਗੁਰਾਂ ਨੇ ਕਈ ਵਾਰੀ ਫਰਮਾਉਣਾ ਕਿ ਦੁਨੀਆ ਨਾਲ ਠਾਠਾ ਵਾਕਾ ਕਰਨਾ ਹੈ। ਹੁਣ ਅਸੀਂ ਟ੍ਰੇਨ 'ਚ ਸਫ਼ਰ ਕਰਦੇ ਹਾਂ, ਬੱਸਾਂ 'ਚ ਸਫ਼ਰ ਕਰਦੇ ਹਾਂ, ਜਹਾਜ਼ 'ਚ ਸਫ਼ਰ ਕਰਦੇ ਹਾਂ, ਕਦੀ ਮੱਲ ਮਾਰੀ ਕਿ ਨਹੀਂ ਬਸ ਇਹ ਹੁਣ ਮੇਰਾ ਹੋ ਗਿਆ ਜੀ, ਇਹ ਸੀਟ 'ਤੇ ਬੈਠਾ, ਉਦੋਂ ਕਹਿੰਦੇ ਆ ਸੀਟ ਮੇਰੀ ਹੈ, ਪਰ ਉੱਥੋਂ ਜਦੋਂ ਉਤਰੇ ਪਤਾ ਕਿ ਸੀਟ ਆਪਣੀ ਹੈ ਹੀ ਨਹੀਂ। ਉਹੀ ਸੀਟ 'ਤੇ ਫਿਰ ਕੋਈ ਹੋਰ ਕੋਈ ਯਾਤਰੀ ਬੈਠ ਜਾਂਦਾ ਹੈ, ਉਹ ਬੁਕਿੰਗ ਕਰਵਾ ਲੈਂਦਾ ਹੈ, ਫਿਰ ਉਹ ਉਤਰ ਜਾਂਦਾ, ਫਿਰ ਹੋਰ ਕੋਈ ਕਰਵਾ ਲੈਂਦਾ ਹੈ। ਇਸੇ ਤਰ੍ਹਾਂ ਹੀ ਇਹ ਜਿਹੜਾ ਚੋਲਾ, ਇਸ ਘਰ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਦੇਖੀਏ, ਪਿੱਛੇ ਤਾਂ ਦੇਖੀਏ ਆਪਣੇ ਕੁਲ ਦੇ ਵਿੱਚ ਕਿੰਨੇ ਜਣੇ ਪੈਦਾ ਹੋਏ। ਘਰ ਦੇ ਅੱਗੇ ਨੇਮ ਪਲੇਟ ਕਦੀ ਕਿਸੇ ਦੀ ਲੱਗੀ, ਕਦੀ ਕਿਸੇ ਦੀ ਲੱਗੀ। ਜ਼ਮੀਨਾਂ ਦੇ ਉੱਤੇ ਜਿਹੜੇ ਨਾਮ ਨੇ ਉਹ ਪਿਛਲੇ ਕਾਗਜ਼ ਕਢਾ ਕੇ ਦੇਖੀਏ, ਕਦੀ ਕਿਸੇ ਦਾ ਨਾਮ ਸੀ, ਹੋਰ ਪਿੱਛੇ ਚੱਲ ਜਾਈਏ ਦਾਦਾ ਜੀ ਦਾ ਨਾਮ ਸੀ, ਫਿਰ ਪੜਦਾਦੇ ਦਾ ਨਾਮ ਸੀ, ਉਸ ਤੋਂ ਪਹਿਲਾਂ ਹੋਰ ਕਿਸੇ ਦਾ ਸੀ, ਹੌਲੀ ਹੌਲੀ ਨਾਮ ਬਦਲਦੇ ਗਏ। ਰਹਿਣਾ ਇੱਥੇ ਕਿਸੇ ਨੇ ਵੀ ਨਹੀਂ, ਪਰ ਪ੍ਰੀਤ ਅਸੀਂ ਉਹਦੇ ਨਾਲ ਪਾਲੀ, ਮਨ 'ਚ ਹੋਇਆ ਕਿ ਨਹੀਂ ਇਹ ਸਾਡਾ ਹੀ ਹੈ। ਉਹਨਾਂ ਚੀਜ਼ਾਂ ਦੇ ਉੱਤੇ ਹੀ ਸਾਰੀ ਉਮਰ ਗਵਾ ਲਈ, ਪਰ ਗੁਰੂ ਦਾ ਬਚਨ ਨਹੀਂ ਮੰਨਿਆ। ਗੁਰੂ ਨੇ ਕੀ ਕਿਹਾ ਸੀ? ਗੁਰੂ ਨੇ ਕਦੀ ਅਸੀਂ ਦੇਖੀਏ ਕਿ ਸਤਿਗੁਰਾਂ ਨੇ ਕਦੀ ਫਰਮਾਇਆ? ਸਗੋਂ ਪਿਛਲੇ ਜਿਹੜੇ ਕਰਮਕਾਂਡ ਸੀ ਉਹਨਾਂ ਨੂੰ ਛਡਾ ਦਿੱਤਾ। ਉਹਨਾਂ ਨੇ ਕਿਹਾ ਨਹੀਂ, ਘਰ-ਬਾਰ ਛੱਡਣ ਦੀ ਲੋੜ ਨਹੀਂ, ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਪਹਾੜਾਂ 'ਤੇ ਜਾਣ ਦੀ ਲੋੜ ਨਹੀਂ, ਸਾਨੂੰ ਕਿਤੇ ਤੀਰਥ ਇਸ਼ਨਾਨਾਂ ਦੀ ਲੋੜ ਨਹੀਂ, ਤੁਸੀਂ ਘਰ ਦੇ ਵਿੱਚ ਹੀ ਸਭ ਕੁਛ ਕਰ ਸਕਦੇ ਹੋ। ਕਿੱਡੀ ਵਧੀਆ ਇੱਕ ਜਾਚ ਦੱਸੀ, ਘਰ ਦੇ ਵਿੱਚ ਬੱਚਿਆਂ ਨੂੰ ਪਾਲਦੇ ਪੋਸਦੇ, ਦੁਕਾਨਾਂ ਕਾਰੋਬਾਰ ਕਰਦੇ, ਨੌਕਰੀਆਂ ਕਰਦੇ, ਸਭ ਕੁਛ ਕਰਦਿਆਂ ਕਰਾਉਂਦਿਆਂ ਸਾਨੂੰ ਜਾਚ ਦੱਸੀ ਕਿ ਕਿਸ ਤਰ੍ਹਾਂ ਰਹਿਣਾ ਹੈ। ਜੈਸੇ ਜਲ ਮੇਂ ਕਮਲ ਨਿਰਾਲਮ, ਜੈਸੇ ਜਲ ਮੇਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ। ਜਿਸ ਤਰ੍ਹਾਂ ਮੁਰਗਾਬੀ ਪੰਛੀ ਜਿਹੜਾ ਪਾਣੀ ਦੇ ਵਿੱਚ ਉਹਦੀ ਖੁਰਾਕ ਹੈ, ਪਰ ਉਹ ਪਾਣੀ ਦੇ ਵਿੱਚ ਜਾਂਦਾ ਜ਼ਰੂਰ ਹੈ, ਪਰ ਪਾਣੀ ਦੇ ਵਿੱਚ ਫਸਦਾ ਨਹੀਂ ਹੈਗਾ।
ਉਹਦੀ ਜੋ ਖਾਸੀਅਤ ਹੈ, ਖੰਭਾਂ ਨੂੰ ਇੰਨੇ ਘੁੱਟ ਕੇ ਆਪਣੇ ਨਾਲ ਲਾ ਕੇ ਪਾਣੀ 'ਚ ਜਾਂਦਾ ਹੈ, ਆਪਣੇ ਸ਼ਿਕਾਰ ਨੂੰ ਫੜਦਾ ਹੈ, ਸੁੱਕੇ ਪਰਾਂ ਨਾਲ ਫਿਰ ਉੱਡ ਜਾਂਦਾ ਹੈ। ਕਮਲ ਦਾ ਫੁੱਲ ਰਹਿੰਦਾ ਹੀ ਪੈਦਾ ਹੀ ਉੱਥੇ ਹੁੰਦਾ, ਚਿੱਕੜ ਦੇ ਵਿੱਚ ਹੀ ਰਹਿੰਦਾ ਆ, ਪਰ ਫਿਰ ਵੀ ਉਸ ਪਾਣੀ ਨਾਲੋਂ ਵੱਖਰਾ ਹੀ ਰਹਿੰਦਾ, ਉੱਪਰ ਰਹਿੰਦਾ ਹੈ। ਜਿੰਨਾ ਜਿੰਨਾ ਉਹ ਉੱਪਰ ਵੱਧਦਾ ਹੈ, ਪਾਣੀ ਉਨੀ ਆਪਣੀ ਦੂਰੀ ਉਨੀ ਵਧਾਈ ਜਾਂਦਾ ਹੈ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਰਹਿਣਾ ਇੱਥੇ ਹੀ ਹੈ, ਪਰਿਵਾਰ ਤੋਂ ਬਗੈਰ, ਘਰ-ਬਾਰ ਜਾਂ ਖਾਣੇ ਪੀਣ ਤੋਂ ਜਾਂ ਕਿਸੇ ਚੀਜ਼ ਤੋਂ ਭੱਜ ਤੇ ਸਕਦੇ ਨਹੀਂ, ਪਰ ਇੱਕ ਮਨ ਜਿਹੜਾ ਆ, ਮਨ ਹੀ ਇਹਦੇ ਨਾਲ ਜੋੜਨਾ, ਹੱਥ ਕਾਰ ਵੱਲ, ਚਿੱਤ ਯਾਰ ਵੱਲ। ਚਿੱਤ ਜਿਹੜਾ ਆ ਉਸ ਪ੍ਰੀਤਮ ਨਾਲ ਲੱਗਾ ਰਵੇ, ਉਹਦੇ ਨਾਲ ਜੁੜਿਆ ਰਵੇ, ਕੰਮ ਕਰ ਸਭ ਹੋਣ। ਸਵਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ। ਸਾਹ ਆ ਜਾ ਰਿਹਾ ਹੈ, ਸਾਹ ਤਾਂ ਲੈਣਾ ਹੀ ਲੈਣਾ ਹੈ, ਪਰ ਉਹ ਪ੍ਰੀਤਮ ਦਾ ਨਾਮ ਜਿਹੜਾ ਆ ਉਹ ਇਹਦੇ ਨਾਲ ਚੱਲਦਾ ਰਹੇ, ਕੰਮ ਕਰ ਜਿਹੜਾ ਮਰਜ਼ੀ ਕਰੀ ਜਾਵੇ। ਕੰਮ ਕਰ ਤੇ ਹੱਥਾਂ ਨਾਲ ਕਰਨਾ ਹੈ। ਹੁਣ ਅਸੀਂ ਘਰ ਜਦੋਂ ਦਫ਼ਤਰਾਂ 'ਚ ਕੰਮ ਕਰਦੇ ਹਾਂ, ਬਾਹਰ ਕਿਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਹਾਂ, ਕਿਤੇ ਵੀ ਅਸੀਂ ਕੋਈ ਕੰਮ ਕਰਦੇ ਹਾਂ, ਕਿ ਅਸੀਂ ਦਿਮਾਗ 'ਚ ਸਾਡੇ ਘਰ ਦੇ ਪਰਿਵਾਰ ਨਹੀਂ ਚੱਲ ਰਿਹਾ ਹੁੰਦਾ, ਸਭ ਕੁਛ ਚੱਲਦਾ। ਮਨ ਦੇ ਵਿੱਚ ਖਿਆਲ ਨੇ। ਜਿਹੜਾ ਕੋਈ ਦਫ਼ਤਰ ਜਾਂਦਾ ਹੈ, ਉਹਨੂੰ ਪਤਾ ਹੁੰਦਾ ਹੈ ਕਿ ਮੈਂ ਅੱਜ ਘਰ ਆ ਕਰਕੇ ਆਇਆ, ਆਹ ਮੈਂ ਵਾਅਦਾ ਕੀਤਾ, ਇਹਨੇ ਆਉਣਾ, ਇਹਨੇ ਜਾਣਾ, ਆਹ ਮੈਂ ਸਮਾਨ ਲੈ ਕੇ ਜਾਣਾ, ਸਭ ਕੁਛ ਚੱਲਦਾ ਹੈ, ਪਰ ਆਪਣੇ ਦਫ਼ਤਰ 'ਚ ਬੈਠੇ ਕੰਮ ਤੇ ਕਰਦਾ ਹੈ ਨਾ ਸਾਰਾ। ਇਸੇ ਤਰ੍ਹਾਂ ਹੀ ਚਿੱਤ ਦੇ ਵਿੱਚ ਉਹਨੂੰ ਆਪਣੇ ਮੁਰਸ਼ਿਦ ਨੂੰ ਰੱਖਣਾ ਹੈ। ਕੰਮ ਸਾਰੇ ਕਰਨੇ ਨੇ, ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਨਾ ਹੈ, ਦੁਕਾਨਾਂ, ਪਰ ਇਹ ਜਾਂਚ ਸਤਿਗੁਰਾਂ ਦੇ ਵਚਨਾਂ ਦੇ ਮੁਤਾਬਕ ਆਏਗੀ। ਹੌਲੀ ਹੌਲੀ ਜਿਸ ਤਰ੍ਹਾਂ ਕਰਦਿਆਂ ਜੇ ਅਸੀਂ ਕਰਾਂਗੇ ਕੋਸ਼ਿਸ਼, ਤੇ ਉਹ ਸਾਨੂੰ ਉਹ ਚੀਜ਼ ਦੀ ਜਾਚ ਸਿਖਾ ਦਿੰਦੇ ਨੇ। ਫਿਰ ਬੰਦਾ ਆਜ਼ਾਦ, ਹਰ ਵੇਲੇ ਐਂ ਉੱਡਦਾ ਫਿਰਦਾ, ਕੋਈ ਗੱਲ ਹੀ ਨਹੀਂ, ਕਿਸੇ ਚੀਜ਼ ਦਾ ਡਰ ਨਹੀਂ। ਪਤਾ ਹੈ ਕਿ ਵੀ ਡਰ ਕਾਹਦਾ ਹੈ, ਕਿ ਹੋਣੀ ਹੈ ਸੋ ਹੋ ਕੇ ਰਹੇ, ਅਨਹੋਣੀ ਕਬੂ ਨਾ ਹੋਏ। ਉਹ ਕਹਿੰਦੇ ਅਨਹੋਣੀ ਕਦੀ ਹੁੰਦੀ ਨਹੀਂ, ਕਹਿੰਦੇ ਜਿਹੜੀ ਹੋਣੀ ਆ ਉਹ ਹੋ ਕੇ ਰਹਿਣੀ ਆ। ਜਿਹਨੂੰ ਅਸੀਂ ਅਨਹੋਣੀ ਕਹਿੰਦੇ ਅਨਹੋਣੀ ਤੇ ਹੁੰਦੀ ਨਹੀਂ ਅਨਹੋਣੀ ਕੋਈ ਚੀਜ਼। ਹਰ ਇੱਕ ਚੀਜ਼ ਪਹਿਲਾਂ ਜਦੋਂ ਇੱਕ ਹੋ ਗਈ ਹੈ, ਤੇ ਫਿਰ ਉਹ ਕਿਹੜੀ ਚੀਜ਼ ਹੈ ਕਿ ਜਿਹੜੀ ਸਾਨੂੰ ਦੁਖਦਾ। ਪਰ ਅਸੀਂ ਸੱਚ ਤੋਂ ਭੱਜਦੇ ਰਹਿੰਦੇ ਹਾਂ, ਉਸ ਬਚਨਾਂ ਤੇ ਵਿਸ਼ਵਾਸ ਨਹੀਂ ਹੁੰਦਾ, ਕਦੀ ਉਹ ਸਿੱਖਦੇ ਨਹੀਂ ਕੰਮ ਉਹ ਜਿਹੜਾ, ਤੇ ਬਈ ਪਛਤਾਉਂਦੇ ਰਹਿੰਦੇ। ਇਸ ਕਰਕੇ ਹਮਾਰਾ ਕਿ ਅੱਤ ਰਚਿਓ ਕਰ ਲੀਨੋ ਆਪਣਾ, ਉਹਨੂੰ ਛੋੜ ਸਰਾ, ਅੱਤ ਕਰ ਦਿੰਦੇ ਹਰ ਕੰਮ ਦੇ ਵਿੱਚ। ਸਤਿਗੁਰਾਂ ਨੇ ਫਰਮਾਉਣਾ ਬਈ, ਅਸੀਂ ਵਚਨ ਸੁਣਿਆ ਗੁਰੂ ਮੈਂ ਲੰਗਰ 'ਚ ਕਹਿਣਾ, ਖਾ ਪੀ ਕੇ ਭਾਂਡੇ ਮੁੱਧੇ ਮਾਰੋ, ਗੁਰੂ ਹੋਏਗਾ ਤੇ ਫਿਰ ਭਰ ਦੇਗਾ। ਗੁਰੂ ਮਹਾਰਾਜ ਦੇ ਬਚਨ ਇੱਥੇ ਕਈ ਪੁਰਾਣੇ ਸੇਵਾ ਸਾਨੂੰ ਪਤਾ ਹੈ ਕਿ ਗੁਰੂ ਮਹਾਰਾਜ ਨੇ ਫਰਮਾਉਣਾ, ਕਿਸੇ ਵੇਲੇ ਉੱਥੇ ਜਿਹੜੇ ਪੁਰਾਣੇ ਸੇਵਾਦਾਰ ਹੁੰਦੇ ਸੀ ਲੰਗਰ ਦੇ ਵਿੱਚ, ਉਹਨਾਂ ਨੇ ਕਹਿਣਾ ਮਹਾਰਾਜ ਆਹ ਰਾਸ਼ਨ, ਆ ਫਲਾਣੀ ਚੀਜ਼ ਖਤਮ ਹੋ ਗਈ ਹੈ, ਸਵੇਰੇ ਸੰਗਤ ਆਉਣੀ ਹੈ, ਸਵੇਰੇ ਸਤਸੰਗ ਹੋਣਾ ਹੈ, ਕਿੱਦਾਂ? ਗੁਰੂ ਮਹਾਰਾਜ ਨੇ ਫਰਮਾਉਣਾ ਕੋਈ ਗੱਲ ਨਹੀਂ, ਆਪੇ ਆ ਜਾਊਗੀ। ਜਿਹੜਾ ਸੰਗਤ ਨੂੰ ਭੇਜੇਗਾ ਉਹ ਰਸਤਾ ਨਹੀਂ ਭੇਜੇਗਾ, ਸਭ ਕੁਝ ਭੇਜੇਗਾ। ਤੇ ਕਈ ਵਾਰੀ ਹੋਇਆ ਕਿ ਸੰਗਤ ਜਿੰਨੀ ਸੰਗਤ ਉਸ ਤੋਂ ਪਹਿਲਾਂ ਹੀ ਉਹਦਾ ਇੰਤਜ਼ਾਮ ਪਹਿਲਾਂ ਹੋ ਜਾਂਦਾ ਹੈ। ਇਸ ਕਰਕੇ ਉਹਨਾਂ ਨੇ ਉਸ ਮਾਨ ਤੇ ਫਰਮਾਉਣਾ ਕਿ ਖਾ ਪੀ ਕੇ ਭਾਂਡੇ ਮੁੱਧੇ ਮਾਰੋ, ਗੁਰੂ ਹੋਏਗਾ ਆਪੇ ਭਰ ਲਏਗਾ। ਹਾਂ, ਜਿੰਨੀ ਇਹਦੇ ਵਾਸਤੇ ਲੋੜ ਹੈ ਉਹ ਤੋਂ ਵੱਧ ਹੀ ਸਤਿਗੁਰਾਂ ਨੇ ਇਹਨੂੰ ਦਿੱਤਾ ਪਿਆ ਹੈ। ਪਰ ਇਹਨੂੰ ਵਿਸ਼ਵਾਸ ਹੋਵੇ, ਭਰੋਸਾ ਹੋਵੇ, ਜਿਹੜੇ ਗੁਰੂ ਨੇ ਦਿੱਤਾ ਹੈ ਉਹਦਾ ਸ਼ੁਕਰਾਨਾ ਕਰੇ ਕਿ ਸਤਿਗੁਰੂ ਜੀ ਬਹੁਤ ਦਇਆ ਕੀਤੀ, ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਤੰਦਰੁਸਤੀ ਬਖਸ਼ੀ ਹੈ, ਮੈਨੂੰ ਖਾਣ ਪੀਣ ਨੂੰ ਸਾਧਨ ਬਖਸ਼ੇ ਨੇ। ਦੇਖੀਏ ਦੁਨੀਆ ਦੇ ਵਿੱਚ ਲੋਕਾਂ ਕੋਲ ਕਿਸ ਤਰ੍ਹਾਂ ਲਾਲੇ ਪਏ ਨੇ ਹਰ ਚੀਜ਼। ਪਰ ਜੇ ਸਤਿਗੁਰਾਂ ਦੇ ਉੱਤੇ ਮਾਣ ਆ ਗਿਆ, ਵਿਸ਼ਵਾਸ ਭਰੋਸਾ ਬਣ ਗਿਆ, ਤੇ ਫਿਰ ਬਈ ਇਹ ਕੰਮ ਵੀ ਸਾਰੇ ਕਰੇਗਾ। ਰਾਜਿਆਂ ਵਾਂਗੂ ਐ ਰਹਿ ਗਿਆ ਵੀ, ਪਰ ਚੰਬੜੇਗਾ ਨਹੀਂ ਕਿਸੇ ਨੂੰ। ਜਿਸ ਤਰ੍ਹਾਂ ਰਾਜਾ ਜਨਕ ਜੀ ਨੇ ਸਾਰਾ ਰਾਜ ਭਾਗ ਕੀਤਾ, ਪਰ ਫਿਰ ਉਸ ਸੰਤ ਪਦਵੀ ਨੂੰ ਉਹਨੂੰ ਹੋਏ ਕਿ ਉਹ ਤੋਂ ਰਹਿੰਦਿਆਂ ਸਭ ਕੁਛ ਕਰਦਿਆਂ ਕਰਾਉਂਦਿਆਂ ਵੱਖਰੇ ਰਹੇ ਉਸ ਚੀਜ਼ ਤੋਂ। ਹਾਂਜੀ। ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣੋ ਸਦਾ ਦੁਹੇਲਾ। ਕਹੋ ਨਾਨਕ ਗੁਰ ਇਹ ਬੁਝਾਇਓ, ਪ੍ਰੀਤ ਪ੍ਰਭੂ ਸਾਧ ਕੇਲਾ। ਰਾਧਾ ਸੁਆਮੀ ਜੀ, ਰਾਧਾ ਸੁਆਮੀ। ਹੁਣ ਸਭ ਕੁਝ ਸਮਝਾ ਕੇ ਅੱਗੇ ਫਰਮਾਉਂਦੇ ਨੇ, ਬਿਨ ਗੋਬਿੰਦ ਅਗਰ ਸੰਗ ਨੇਹਾ, ਉਹ ਜਾਣੋ ਸਦਾ ਦਹੇਲਾ। ਦੇਖੋ ਗੱਲ ਹੀ ਕਲੀਅਰ ਕਰ ਦਿੱਤੀ। ਅਸੀਂ ਬਾਣੀਆਂ ਨੂੰ ਮੱਥੇ ਟੇਕੀ ਜਾਂਦੇ ਹਾਂ, ਅਸੀਂ ਗ੍ਰੰਥਾਂ ਨੂੰ ਸਿਰਾਂ ਤੇ ਚੁੱਕ ਕੇ ਲੈ ਫਿਰਦੇ ਹਾਂ, ਅਸੀਂ ਮੂਰਤੀਆਂ ਦੇ ਗਲਾਂ 'ਚ ਹਾਰ ਪਾਈ ਜਾਂਦੇ ਹਾਂ, ਸਭ ਕੁਛ ਆ, ਪਰ ਜਿਹੜਾ ਕੰਮ ਕਹਿੰਦੇ ਨੇ ਉਹ ਨਹੀਂ ਅਸੀਂ ਕਰਦੇ। ਦੱਸਦੇ ਨੇ ਹਰ ਇੱਕ ਬਚਨ ਦੇ ਵਿੱਚ, ਇਕੱਲਾ
ਪ੍ਰਸ਼ੰਨੀ ਨਾਲ ਉੱਤਰ ਵੀ ਦੇ ਦਿੰਦੇ ਨੇ, ਹਰ ਚੀਜ਼ ਦਾ ਜਵਾਬ ਦਿੰਦੇ ਨੇ। ਉਹਨੇ ਫਰਮਾਇਆ ਬਿਨ ਗੋਬਿੰਦ ਅਵਰ ਸੰਗ ਨੇਹਾ, ਸਾਫ਼ ਹੀ ਕਰ ਦਿੱਤਾ ਕਿ ਬਿਨ ਗੋਬਿੰਦ, ਬਿਨਾਂ ਉਸ ਮੁਰਸ਼ਦ ਦੇ, ਬਿਨਾਂ ਉਸ ਪਰਮਾਤਮਾ ਦੇ, ਬਿਨਾਂ ਉਸ ਹਰੀ ਦੇ, ਬਿਨਾਂ ਉਸ ਗੁਰੂ ਦੇ, ਅਵਰ ਸੰਗ ਨੇਹਾ, ਜੇ ਇਹਨੇ ਕਿਸੇ ਨਾਲ ਵੀ ਪਿਆਰ ਪਾਇਆ, ਕਿਸੇ ਨਾਲ ਵੀ ਪ੍ਰੀਤ, ਅਵਰ ਸੰਗ, ਅਵਰ ਮਤਲਬ ਸਾਰਿਆਂ ਦਾ ਨਾਂ ਆ ਗਿਆ ਵਿੱਚ, ਇੱਕ ਇੱਕ ਨਾਮ ਨਹੀਂ ਲਿਆ। ਕਿ ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣੋ ਸਦਾ ਦੁਹੇਲਾ। ਦੁਹੇਲਾ ਕਹਿੰਦੇ ਦੁੱਖ ਨੂੰ, ਕਹਿੰਦੇ ਉਹ ਹਮੇਸ਼ਾ ਹੀ ਸਦਾ ਹੀ ਦੁਖੀ ਹੈ। ਜੇ ਇਹਨੇ ਗੁਰੂ ਤੋਂ ਜਾਂ ਉਸ ਮੁਰਸ਼ਦ ਤੋਂ, ਪਰਮਾਤਮਾ ਤੋਂ ਇਲਾਵਾ ਕਿਸੇ ਨਾਲ ਵੀ ਪ੍ਰੇਮ ਪਾ ਲਿਆ ਤੇ ਬਈ ਇਹ ਦੁਖੀ ਹੀ ਰਹੇਗਾ। ਹੁਣ ਪਤਾ ਹੈ, ਹੁਣ ਇਹ 'ਚ ਦੇਖੋ ਸਾਫ਼ ਬਚਨ ਨੇ, ਕੋਈ ਲੁਕਾ ਛੁਪਾ ਨਹੀਂ ਰੱਖਿਆ। ਪਰ ਕੀ ਅਸੀਂ ਛੱਡਾਂਗੇ? ਛੁੱਟਦਾ ਨਹੀਂ। ਛੁੱਟਣਾ ਕਿਸ ਤਰ੍ਹਾਂ ਹੈ? ਗੁਰੂ ਦੇ ਬਚਨਾਂ ਦੇ ਮੁਤਾਬਕ ਹੌਲੀ ਹੌਲੀ, ਜਿਸ ਤਰ੍ਹਾਂ ਗੁਰਮਤਿ ਨੇ ਫਰਮਾਇਆ ਮੱਖਣ ਚੋਂ ਵਾਲ ਖਿੱਚਦੇ ਨੇ ਨਾ, ਕੋਈ ਪਤਾ ਨਹੀਂ ਲੱਗਦਾ, ਐਨ ਨਰਮੇ ਦਾ ਵਾਲ ਵੀ ਨਿਕਲ ਜਾਂਦਾ, ਮੱਖਣ ਵੀ ਕਿਤੇ ਮਾਸਾ ਹਿੱਲਦਾ ਨਹੀਂ। ਪਰ ਜੇ ਨਾਲ ਨਾਲ ਗੁਰੂ ਦੇ ਬਚਨਾਂ ਦੇ ਉੱਤੇ ਕੰਮ ਕਰੀ ਜਾਵਾਂਗੇ, ਨਾਲ ਜੇ ਅਸੀਂ ਆਪਣੇ ਆਪ ਨੂੰ ਸਿਆਣੇ ਸਮਝੀ ਜਾਂਦੇ ਹਾਂ, ਜੇ ਆਪਣੇ ਆਪ ਨੂੰ ਉਹ ਸੋਚਦੇ ਕਿ ਨਹੀਂ ਮੈਨੂੰ ਪਤਾ ਹੈ, ਮੈਨੂੰ ਸਭ ਕੁਛ ਪਤਾ ਹੈ, ਮੈਨੂੰ ਨਹੀਂ ਕਿਸੇ ਦੀ ਸੁਣਨ ਦੀ ਲੋੜ, ਮੈਨੂੰ ਕੌਣ ਸਮਝਾਉਣ ਵਾਲਾ, ਮੇਰੇ ਨਾਲ ਕੌਣ ਬੋਲਣ ਵਾਲਾ, ਅੱਗੇ ਗਿਆਨ ਗੋਸ਼ਟੀ ਕਰਨ ਵਾਲਾ, ਤੇ ਕਦੀ ਵੀ ਨਹੀਂ ਨਿਕਲ ਸਕਦਾ। ਵਿਣ ਤੁਧ ਹੋਰ ਜੋ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਵਿਣ ਤੁਧ ਹੋਰ, ਵਿਣ ਕੇ ਉਸੇ ਪਰਮਾਤਮਾ ਨੂੰ ਕਿਹਾ ਗਿਆ ਕਿ ਵੀ ਉਸ ਤੋਂ ਬਗੈਰ ਹੋਰ ਕੁਛ ਵੀ ਮੰਗਣਾ। ਗੁਰੂ ਨੇ ਕੀ ਕਿਹਾ? ਗੁਰੂ ਕੋਲੋਂ ਗੁਰੂ ਨੂੰ ਮੰਗੋ, ਦਾਤਾ ਕੋਲੋਂ ਦਾਤਾ ਨੂੰ ਮੰਗ ਲਓ, ਦਾਤਾ ਨਾ ਮੰਗੀ ਜਾਓ। ਦਾਤਾਂ ਤੇ ਉਹਨੇ ਪਹਿਲਾਂ ਹੀ ਦਿੱਤੀਆਂ ਨੇ, ਸਭ ਕੁਛ ਉਹਨੇ ਫਿਲਮ ਬਣੀ ਹੈ, ਸਭ ਕੁਛ ਦਿੱਤਾ ਹੈ। ਜੇ ਇਹਨੂੰ ਭੇਜਿਆ ਇੱਥੇ ਤੇ ਅਸੀਂ ਆਪਣੇ ਬੱਚੇ ਨੂੰ ਕਦੇ ਬਾਹਰ ਭੇਜੀਏ, ਇੰਤਜ਼ਾਮ ਨਹੀਂ ਕਰਦੇ, ਨਾਲ ਇੰਤਜ਼ਾਮ ਕਰਕੇ ਭੇਜਦੇ ਆ, ਕੱਪੜੇ ਲੱਤਾ, ਉਹਦਾ ਟੈਚੀ ਪੈਕ ਕਰ, ਆਹ ਚੀਜ਼ਾਂ ਉਹ ਚੀਜ਼ਾਂ, ਤੇ ਬਈ ਜੇ ਇੱਥੇ ਆਏ ਉਹਦੇ ਹੁਕਮ ਨਾਲ ਤੇ ਉਹਨੇ ਕੋਈ ਉੱਦਾਂ ਭੇਜ ਦਿੱਤਾ ਹੋਏਗਾ? ਨਹੀਂ। ਪਰ ਵਿਸ਼ਵਾਸ ਨਹੀਂ ਹੁੰਦਾ। ਇਸ ਕਰਕੇ ਉਹਨੇ ਫਰਮਾਇਆ ਕਿ ਬਿਨ ਗੋਬਿੰਦ ਅਵਰ ਸੰਗ ਨੇਹਾ, ਕੰਮ ਸਾਰੇ ਕਰਨੇ ਨੇ, ਕੰਮ ਨਹੀਂ, ਇਹ ਨਹੀਂ ਕੰਮ ਨਹੀਂ ਛੱਡ ਦੇਣੇ। ਘਰ 'ਚ ਰਹਿੰਦਿਆਂ ਘਰ ਦੀਆਂ ਸਫਾਈਆਂ ਕਰਨੀਆਂ, ਖਾਣਾ ਬਣਾਉਣਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਬਾਕੀ ਪਾਰਟੀਆਂ 'ਚ ਜਾਣਾ, ਜੋ ਮਰਜ਼ੀ ਕਰੀਏ, ਪਰ ਨੇਹ ਜਿਹੜੀ ਆ, ਪਿਆਰ ਜਿਹੜਾ, ਪ੍ਰੀਤ ਜਿਹੜੀ ਹੈ, ਉਹ ਸਿਰਫ ਉਹਦੇ ਨਾਲ ਹੀ। ਦੁਖੀ ਕਿਉਂ ਹੁੰਦੇ ਆ? ਇਸੇ ਕਰਕੇ ਕਿ ਜਦੋਂ ਪ੍ਰੀਤ ਹੁੰਦੀ ਹੈ ਸਾਡੀ ਦੁਨੀਆ ਦੇ ਨਾਲ, ਜਦੋਂ ਯਮ ਖਿੱਚਦਾ ਹੈ, ਕਹਿੰਦਾ ਚੱਲ ਬਈ, ਫਿਰ ਪ੍ਰੀਤਾਂ ਜਿਹੜੀਆਂ ਨੇ, ਰੱਸੇ ਜਿੰਨੇ ਟਾਈਟ ਹੁੰਦੇ ਨੇ, ਉਹਨਾਂ ਦੁੱਖ ਹੁੰਦਾ। ਜੇ ਇੱਧਰੋਂ ਢਿੱਲੀਆਂ ਜੇ ਹੋਵੇ ਹੀ ਨਾ, ਜੇ ਪ੍ਰੀਤ ਇਕੱਲੀ ਉਹਦੇ ਨਾਲ ਹੀ ਹੋਵੇ, ਤੇ ਫਿਰ ਇਹਨੂੰ ਕਾਹਦਾ ਦੁੱਖ? ਫਿਰ ਤਾਂ ਕੋਈ ਦੁੱਖ ਹੀ ਨਹੀਂ ਕਿਸੇ ਤਰ੍ਹਾਂ ਦਾ। ਕੰਮ ਸਾਰੇ, ਜਿਸ ਤਰ੍ਹਾਂ ਕਿ ਹੱਥ ਕਾਰ ਵੱਲ, ਚਿੱਤ ਯਾਰ ਵੱਲ, ਕਿਹਾ ਕਿ ਬਿਨ ਗੋਬਿੰਦ ਅਵਰ ਸੰਗ ਨੇਹਾ, ਉਹ ਜਾਣੋ ਸਦਾ ਦੁਹੇਲਾ, ਕਹੋ ਨਾਨਕ ਗੁਰ ਇਹ ਬੁਝਾਇਓ, ਪ੍ਰੀਤ ਪ੍ਰਭ ਸਦਕੇਲਾ। ਗੁਰੂ ਨੇ ਕੀ ਦੱਸਿਆ? ਗੁਰੂ ਨੇ ਕੀ ਸਮਝਾਇਆ? ਇੱਕੋ ਹੀ ਗੱਲ ਸਾਫ਼ ਕਰ ਦਿੱਤੀ, ਕਹੋ ਨਾਨਕ ਗੁਰੂ ਇਹ ਬੁਝਾਇਓ। ਗੁਰੂ ਨੇ ਕਹਿੰਦੇ ਇੱਕ ਮੱਤ ਦੇ ਦਿੱਤੀ, ਗੁਰੂ ਨੇ ਇਹ ਜਿਹੜਾ ਸੀ ਨਵੇੜਾ ਕਰ ਦਿੱਤਾ, ਦੱਸ ਦਿੱਤਾ ਇੱਥੋਂ ਨਿਕਲਣ ਦਾ। ਲੇਕਿਨ ਅਸੀਂ ਪੁੱਛਦੇ ਸਭ ਕੁਛ ਗੁਰੂ ਨੂੰ ਆ, ਮਨ ਕਰਦੇ ਆਪਣੇ ਮਨ ਦੀਆਂ, ਮੰਨਦੇ ਆਪਣੀ ਹੀ ਆ ਉਸੇ। ਕਈ ਵਾਰ ਦੱਸਿਆ ਕਿ ਜਿਸ ਤਰ੍ਹਾਂ ਪ੍ਰੀਤ ਦੀ ਗੱਲ ਆ ਰਹੀ ਹੈ, ਦੁਖੀ ਕਿਉਂ ਹੁੰਦੇ? ਕੋਈ ਗੁਰੂ ਦੇ ਨਾਲ ਪਿਆਰ ਨਹੀਂ, ਗੁਰੂ ਦੇ ਨਾਲ ਭਰੋਸਾ ਨਹੀਂ, ਗੁਰੂ ਤੇ ਭਰੋਸਾ ਨਹੀਂ। ਜਦੋਂ ਤੱਕ ਆਪਣੇ ਮਨ ਦੀ ਉਹ ਠੀਕ ਚੱਲ ਰਹੀ ਹੈ, ਜੋ ਸਾਨੂੰ ਚਾਹੀਦਾ ਉਹ ਮਿਲ ਰਿਹਾ, ਜੋ ਚੀਜ਼ਾਂ ਹੋ ਰਹੀਆਂ ਸਾਡੀ ਹਾਂ 'ਚ ਹਾਂ ਮਿਲ ਰਹੀ ਹੈ, ਸਭ ਕੁਛ ਆ, ਉਦੋਂ ਤੱਕ ਗੁਰੂ ਬੱਲੇ ਬੱਲੇ, ਗੁਰੂ ਦੀ ਕਿਆ ਬਾਤ ਹੈ, ਗੁਰੂ ਬਹੁਤ ਵਧੀਆ। ਇਹਨਾਂ ਚਤੁਰਾਈਆਂ ਦੇ ਨਾਲ ਉਹ ਨਹੀਂ ਆਉਂਦਾ ਕਦੀ ਵਸ ਦੇ ਵਿੱਚ। ਇਹ ਆਪਣੇ ਆਪ ਨੂੰ ਭੇਟ ਕਰਦੇ, ਮਿਟਾ ਦੇ ਆਪਣੀ ਹਸਤੀ ਕੋ, ਗਰ ਕੁਛ ਮਰਤਬਾ ਚਾਹੇ, ਕਿ ਦਾਨਾ ਖਾਕ ਮੇਂ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਮਿਟਾਉਣਾ ਪੈਂਦਾ ਆਪਣੇ ਆਪ ਨੂੰ। ਜਦੋਂ ਤੱਕ ਅਸੀਂ ਮਿਟਾਉਂਦੇ ਨਹੀਂ, ਉਦੋਂ ਤੱਕ ਗੱਲ ਨਹੀਂ ਬਣਦੀ। ਤੇ ਸਤਿਗੁਰਾਂ ਨੇ ਜੋ ਵਚਨ ਫਰਮਾਏ ਉਹ ਸੱਚ ਸੀ, ਕਿ ਅਸੀਂ ਤੇ ਗੁਰੂ ਕੀਤਾ ਸਿਰਫ ਇੱਕ ਨਾਮ ਦਾ। ਮੰਨਦੇ ਅਸੀਂ ਆਪਣੇ ਮਨ ਦੀਆਂ, ਜੋ ਮਨ ਕਹਿੰਦਾ ਵਾ, ਚੱਲਦੇ ਉਸ ਚੀਜ਼ ਦੇ ਉੱਤੇ ਆ। ਬੜੇ ਬੜੇ ਜਿਹੜੇ ਸੀ ਕਹਿਣ ਵਾਲੇ, ਜਦੋਂ ਪਿੱਛੇ ਆਪਾਂ ਚਲੇ ਜਾਈਏ ਜਨਿਆਲੇ, ਜਦੋਂ ਕਾਰਵਾਈ ਜਿਹੜੀ ਸਤਿਗੁਰਾਂ, ਬੜੇ ਬੜੇ ਕਹਿੰਦੇ ਸੁਣਿਆ ਕਿ ਸਿੱਖ ਉਦੋਂ ਐਸੇ ਹੀ ਜਿਹੜੇ ਕਹਿੰਦੇ ਸੀ ਕਿ ਸਾਨੂੰ ਤੇ ਅੰਦਰ ਗੁਰਮਤਿ ਦਰਸ਼ਨ ਦਿੱਤੇ, ਸਾਨੂੰ ਤੇ ਨਾਮ ਵੀ ਅੰਦਰ ਦਿੱਤਾ, ਸਾਨੂੰ ਤੇ ਇੱਦਾਂ ਕੀਤਾ। ਜਦੋਂ ਮਨ ਨੇ ਚਾਲ ਚੱਲੀ, ਜਿਸ ਤਰ੍ਹਾਂ ਸੁੱਕੇ ਪੱਤੇ ਝੜਦੇ ਨੇ, ਕਿੱਦਾਂ ਉੱਡਦੇ ਗਏ, ਪਤਾ ਹੀ ਨਹੀਂ ਲੱਗਾ ਕਿਸੇ ਨੂੰ ਕਿਤੇ। ਮਤਲਬ ਕੀ ਸੀ? ਕਿ ਸਿਰਫ ਆਪਣੇ ਮਨ ਨਾਲ, ਮਨ ਨੇ ਜੋ ਸੋਚਦਾ ਸੀ ਉਹ ਹੋ ਗਿਆ, ਤੇ ਬਸ ਠੀਕ ਹੈ। ਮਨ ਦੇ ਆਖੇ ਨਹੀਂ। ਹੁਣ ਮਨ ਕਹਿੰਦਾ ਹੈ ਮੈਨੂੰ ਦਰਸ਼ਨ ਨਹੀਂ ਹੁੰਦੇ, ਮਨ ਕਹਿੰਦਾ ਹੈ ਮੇਰਾ ਸਿਮਰਨ ਭਜਨ ਨਹੀਂ ਮੰਨਦਾ, ਮਨ ਕਹਿੰਦਾ ਹੈ ਮੇਰੀ ਸੇਵਾ ਨਹੀਂ ਹੁੰਦੀ, ਮਨ ਕਹਿੰਦਾ ਮੈਨੂੰ ਆਹ ਚੀਜ਼। ਬਈ ਜੇ ਗੁਰੂ ਕਹਿੰਦਾ ਨਾ ਤੇਰਾ ਮਨਜ਼ੂਰ ਹੈ, ਤੈਨੂੰ ਯਕੀਨ ਹੋਣਾ ਚਾਹੀਦਾ ਇਸ ਚੀਜ਼ ਤੇ। ਇਹਨੇ ਕੀ ਲੈਣਾ ਇਸ ਚੀਜ਼ ਤੋਂ?
ਪਰ ਕਿਉਂਕਿ ਗੁਰੂ ਨਾਲ ਇਹਨੂੰ ਤਾਂ ਮੰਨਦੀ ਹੈ। ਜੇ ਇਹਨੂੰ ਆਦਤ ਪਈ ਹੈ ਕਿ ਜੋ ਮੈਂ ਚਾਹੁੰਦਾ ਉਹ ਹੋਣਾ ਚਾਹੀਦਾ, ਜੋ ਮਨ ਕਹਿੰਦਾ ਹੋਣਾ ਚਾਹੀਦਾ, ਇਹਨੂੰ ਇਹ ਨਹੀਂ ਹੁੰਦਾ ਕਿ ਜੋ ਗੁਰੂ ਚਾਹੁੰਦਾ ਹੈ ਉਹ ਹੋਣਾ ਚਾਹੀਦਾ ਹੈ। ਜੇ ਗੁਰੂ ਕਹਿੰਦਾ ਹੈ ਕਿ ਮੈਨੂੰ ਇੱਦਾਂ ਹੀ ਮਨਜ਼ੂਰ ਹੈ ਤੇ ਇਹਨੇ ਕੀ ਲੈਣਾ ਸਾਫ਼ ਹੋ ਕੇ। ਜੇ ਗੁਰੂ ਕਹਿੰਦਾ ਹੈ ਕਿ ਬਈ ਠੀਕ ਹੈ ਭਜਨ ਸਿਮਰਨ ਕਰਨ ਦੀ ਲੋੜ ਨਹੀਂ, ਫਿਰ ਇਹਨੂੰ ਕੀ ਲੋੜ ਹੈ। ਹਾਂ, ਜੇ ਉਹ ਕਹਿੰਦਾ ਹੈ ਕਿ ਕਰਨਾ ਪਏਗਾ ਤੇ ਫਿਰ ਇਹਨੂੰ ਕਰਨ ਦੀ ਲੋੜ ਹੈਗੀ ਹੈ। ਫਿਰ ਇਹ ਮਸਾਲਾ ਨਾ ਦਵੇ ਉਹ ਕੋਈ ਗੱਲ ਨਹੀਂ, ਬੜਾ ਭਜਨ ਕੀਤਾ, ਬੜਾ ਗੁਰੂ ਨੇ ਐਂ ਕਰ ਲੈਣਾ, ਫਿਰ ਨਹੀਂ। ਜੋ ਗੁਰੂ ਕਹਿੰਦਾ ਹੈ ਉਹ ਇਹਨੂੰ ਕਰਨਾ ਪਏਗਾ। ਪਰ ਇਹ ਹੋਏਗਾ ਕਦੋਂ? ਜਦੋਂ ਗੁਰੂ ਨਾਲ ਪ੍ਰੀਤ ਹੋਏਗੀ। ਤੇ ਉਹਨੇ ਫਰਮਾਇਆ ਕਿ ਕਹੋ ਨਾਨਕ ਗੁਰੂ ਇਹ ਬੁਝਾਇਓ ਪ੍ਰੀਤ ਪ੍ਰਭ ਸਦਕੇ ਅੱਲਾ, ਕਿ ਪ੍ਰੀਤ ਜਿਹੜੀ ਹੈ ਕੰਮ ਜਿੱਥੇ ਮਰਜ਼ੀ ਕਰੀਏ, ਜਿੱਥੇ ਮਰਜ਼ੀ ਰਹੀਏ, ਕੋਈ ਗੱਲ ਨਹੀਂ ਹੈਗੀ। ਸਤਿਗੁਰਾਂ ਨੂੰ ਕਈ ਵਾਰੀ ਕਈਆਂ ਸੇਵਾਦਾਰ ਨੇ ਪੁੱਛਣਾ, ਮਹਾਰਾਜ ਜੀ ਸਾਡੇ ਲਾਗੇ ਉਹ ਮੰਦਿਰ ਹੈਗਾ, ਸਾਡੇ ਲਾਗੇ ਗੁਰਦੁਆਰਾ ਹੈਗਾ ਹੈ, ਕਈ ਵਾਰੀ ਰਿਸ਼ਤੇਦਾਰ ਕਹਿੰਦੇ ਆ ਉੱਥੇ ਜਾਣਾ ਹੈ। ਗੁਰਮੁਖ ਹੋਣਾ, ਜਾਓ ਜਿੱਥੇ ਮਰਜ਼ੀ ਜਾਓ। ਗੁਰਮੁਖ ਨੇ ਨਹੀਂ ਕਦੀ ਮਨਾ ਕੀਤਾ ਕਿਸੇ ਨੂੰ। ਮਨਾ ਜੇ ਕਿਸੇ ਨੂੰ ਮਨਾ ਕਰਦੇ ਸੀ, ਉਹ ਕਿਹਨੂੰ ਕਰਦੇ ਸੀ? ਜਿਹੜਾ ਕੱਚਾ ਹੁੰਦਾ ਸੀ। ਹਾਂ, ਉੱਦਾਂ ਉਹਨਾਂ ਨੇ ਫਰਮਾਉਣਾ ਗੁਰਮੁਖ ਨੇ ਕਿ ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਜਾਓ, ਪਰ ਜਿਸ ਤਰ੍ਹਾਂ ਕਹਿੰਦੇ ਆ ਕਿ ਚਿੱਤ ਯਾਰ ਵੱਲ, ਖਿਆਲ ਆਪਣੇ ਸਤਿਗੁਰਾਂ ਨਾਲ ਜੁੜਿਆ ਰਹੇ। ਜੇ ਉਹ ਨਹੀਂ ਗੱਲ ਬਣਦੀ ਫਿਰ ਉਹਦੇ ਵਾਸਤੇ ਮਨਾਈਏ। ਜਿੱਥੇ ਮਰਜ਼ੀ ਕੋਈ ਐਸੀ ਸਤਿਗੁਰਾਂ ਨੇ ਕੋਈ ਸਾਨੂੰ ਬੰਦਿਸ਼ ਨਹੀਂ ਲਾਈ ਕਿਤੇ ਵੀ। ਇਸ ਕਰਕੇ ਸਤਿਗੁਰ ਦਇਆ ਕਿਰਪਾ ਕਰਨ, ਜੋ ਉਹਨਾਂ ਦੇ ਬਚਨ ਜਿਸ ਤਰ੍ਹਾਂ ਫਰਮਾਇਆ ਕਿ ਬਿਨ ਗੋਬਿੰਦ ਅਵਰ ਸੰਗ ਨੇਹਾ ਉਹ ਜਾਣੋ ਸਦਾ ਦੁਹੇਲਾ। ਸਾਡੇ ਦੁੱਖਾਂ ਦਾ ਉਹਨਾਂ ਨੇ ਕਾਰਨ ਦੱਸ ਦਿੱਤਾ ਕਿ ਸਾਡੀ ਗੁਰੂ ਨਾਲ ਪ੍ਰੀਤ ਨਹੀਂ ਬਣੀ, ਇਸ ਕਰਕੇ ਅਸੀਂ ਦੁਖੀ ਹਾਂ। ਇਹਦਾ ਇੱਕੋ ਹੀ ਜਵਾਬ ਹੈ, ਆਪਣੇ ਅੰਦਰ ਲੱਭੀਏ ਕਿ ਹਾਂ ਕਿਉਂ ਉਹ ਚੀਜ਼ ਹੋ ਰਹੀ ਹੈ। ਜਦੋਂ ਸਾਡੀ ਪ੍ਰੀਤ ਉਹਦੇ ਨਾਲ ਬਣ ਗਈ, ਭਰੋਸਾ ਬਣ ਗਿਆ, ਤੇ ਫਿਰ ਬਈ ਕੋਈ ਚੀਜ਼ ਦੁਨੀਆ ਤੇ ਅਸੀਂ ਇਤਿਹਾਸ ਵੇਖਦੇ ਹਾਂ, ਸ਼ੀਸ਼ ਕਟਾ ਦਿੱਤੇ ਗਏ। ਸਿੱਖਾਂ ਨੇ ਆਪਣੇ ਬੱਚੇ ਜਿਹੜੇ ਸੀ ਉਹਨਾਂ ਦੇ ਸਿਰ ਕਟਾ ਲਏ, ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਮਾਲਾ ਗਲਾਂ 'ਚ ਪਵਾ ਲਈਆਂ, ਕਿੰਨੇ ਕਿੰਨੇ ਦਿਨ ਭੁੱਖੇ ਰਹਿ ਗਏ, ਪਰ ਬਈ ਡੋਲੇ ਨਹੀਂ ਕਦੀ। ਕਿਉਂ? ਕਿਉਂਕਿ ਪ੍ਰੇਮ ਗੁਰੂ ਦੇ ਨਾਲ ਸੀ, ਪ੍ਰੀਤ ਗੁਰੂ ਦੇ ਨਾਲ ਸੀ। ਜੇ ਉਹ ਪ੍ਰੀਤ ਬਣ ਗਈ ਫਿਰ ਇਹ ਚੀਜ਼ਾਂ ਕੁਛ ਵੀ ਇਹਦੇ ਮੈਣਾ ਨਹੀਂ ਰੱਖਣਗੇ, ਫਿਰ ਇਹਨੂੰ ਕੋਈ ਵੀ ਚੀਜ਼ ਪਕੜ ਸਕਦੀ ਨਹੀਂ। ਕਾਲ ਦਾ ਕੋਈ ਐਸਾ ਹਥਿਆਰ ਨਹੀਂ ਜਿਹੜਾ ਇਹ 'ਤੇ ਕੰਮ ਕਰੇਗਾ। ਇਹ ਸਾਰਿਆਂ ਦਾ ਕਵਚ ਕੀ ਹੈ? ਇੱਕ ਗੁਰੂ ਦੀ ਪ੍ਰੀਤ। ਜੇ ਉਹ ਕਵਚ ਪਹਿਨ ਲਿਆ ਗੁਰੂ ਦੀ ਪ੍ਰੀਤ ਵਾਲਾ, ਤੇ ਜੋ ਮਰਜ਼ੀ ਹਥਿਆਰ ਜਿੱਡਾ ਮਰਜ਼ੀ ਕੋਈ ਹੋਵੇ ਇਹਦੇ 'ਤੇ ਕੋਈ ਕੰਮ ਨਹੀਂ ਕਰੇਗਾ। ਤੇ ਜੇ ਗੁਰੂ ਦੀ ਪ੍ਰੀਤ ਨਾ ਬਣੀ ਤੇ ਫਿਰ ਭਾਵੇਂ ਜਿੱਡੇ ਮਰਜ਼ੀ ਬਾਹਰ ਦੇ ਕੋਈ ਕਵਚ ਪਾ ਲਵੇ, ਇਹਦਾ ਬਚਾਅ ਨਹੀਂ ਫਿਰ ਉਸ ਚੀਜ਼ ਦਾ। ਤੇ ਸਤਿਗੁਰ ਦਇਆ ਕਿਰਪਾ ਕਰਨ, ਸਭ ਨੂੰ ਆਪਣਾ ਪਿਆਰ ਭਰੋਸਾ ਪ੍ਰੀਤ ਬਖਸ਼ਣ, ਸੱਚੀ ਪ੍ਰੀਤ ਬਖਸ਼ਣ, ਤਾਂ ਜੋ ਅਸੀਂ ਸਤਿਗੁਰਾਂ ਦੇ ਬਚਨ ਮੰਨ ਕੇ ਤੇ ਉਹਨਾਂ ਦੇ ਭਰੋਸੇ ਦੇ ਉੱਤੇ, ਜਿਸ ਤਰ੍ਹਾਂ ਸਤਿਗੁਰਾਂ ਨੇ ਫਰਮਾਉਣਾ ਕਿ ਬਈ ਸਿੱਖ ਦੇ ਤਾਂ ਪੈਰ ਹੀ ਨਹੀਂ ਥੱਲੇ ਲੱਗਦੇ, ਇਸੇ ਤਰ੍ਹਾਂ ਦਾ ਜੀਵਨ ਸਾਨੂੰ ਪਤਾ ਚੱਲੇ ਕਿ ਇਸ ਤਰ੍ਹਾਂ ਉੱਡਦੇ ਫਿਰੀਏ ਆਪਣੇ ਸਤਿਗੁਰਾਂ ਦੇ ਮਾਣ ਦੇ ਉੱਤੇ। ਇਹ ਨਹੀਂ ਕਿ ਉਹ ਜਿੰਨੇ ਲਾਇਆ ਗੱਲੀ ਉਹਦੇ ਨਾਲ ਉੱਠ ਚੱਲੀ। ਜੇ ਕਿਸੇ ਨੇ ਕੋਈ ਗੁਰੂ ਦੀ ਉਸਤਤ ਦੇ ਬਚਨ ਕਰ ਦਿੱਤੇ ਤੇ ਬੜਾ ਇਹ ਉੱਡਦਾ ਫਿਰੇ, ਜੇ ਕਿਸੇ ਨੇ ਕੋਈ ਨਿੰਦਿਆ ਕਰਤੀ ਤੇ ਬਈ ਇਹ ਉਸੇ ਵੇਲੇ ਆਉਂ ਡੋਲ ਜੇ। ਜੋ ਮਰਜ਼ੀ ਕਹਿੰਦੇ ਗੁਰੂ ਜੋ ਹੈਗਾ ਉਹ ਹੈਗਾ ਹੈ, ਸੂਰਜ ਜੋ ਆ ਸੋ ਹੈਗਾ ਹੈ। ਉਹਨੂੰ ਕੋਈ ਮੰਨੇ ਨਾ ਮੰਨੇ, ਉਹਨੇ ਆਪਣੇ ਪ੍ਰਕਾਸ਼ ਦੇ ਨਾਲ ਹੀ ਉਹਨੇ ਆਪਣਾ ਦੱਸ ਦੇਣਾ ਉਸ ਚੀਜ਼ ਨੂੰ। ਤੇ ਜੇ ਡਾਵਾਂ ਡੋਲੀ ਖਤਮ ਹੋਵੇ ਤੇ ਸਤਿਗੁਰਾਂ ਦੀ ਸੱਚੀ ਪ੍ਰੀਤ ਬਣ ਜਾਏਗੀ ਤੇ ਇਹਨੂੰ ਬਈ ਸਭ ਕੁਛ ਇਹ ਦਿਖਣਾ ਸ਼ੁਰੂ ਹੋਏਗਾ ਇਹਨੂੰ। ਰਾਧਾ ਸਵਾਮੀ, ਰਾਧਾ ਸਵਾਮੀ। ਹੋ ਗਣ ਹਾਰਾ ਗੁਣ ਨਹੀਂ ਮਨ ਕਾ ਬੜਾ ਕਠੋਰ, ਐਸੇ ਸਮਰਥ ਸਤਿਗੁਰੂ ਤਾਹੇ ਲਗਾਵੇ ਠੋਰ। ਤੁਮ ਤੋ ਸਮਰਥ ਸਾਈਆ, ਦ੍ਰਿੜ ਕਰ ਪਕੜੋ ਬਾਣ, ਤੋਰ ਹੀ ਲੈ ਪਹੁੰਚਾਹੀਓ, ਜਨ ਛਾੜਿਓ ਮਗ ਮਾਹੀ। ਸੂਰਤ ਕਰੋ ਮੇਰੇ ਸਾਈਆਂ, ਹਮ ਹੈ
जल माहे आपे ही बह जाएंगे। जो नहीं पकड़ो बाहें घाट समुंदर लाख ना पड़े। उठे लहर अपार दिल दरिया सम रात बिना कौन उतारे पार। सब दरती का गज करूं लेखन सब बन राय। सात सहिंद की मास करूं गुरु गुण लिखा न जाए। मुझ अवगण है तुझ गुण तुझ गुण अवगण मो। जो मैं विसरूं तुझको तुम मत विसरो मोज। जो मैं भूल बिगाड़िया ना कर मैला चित। साहिब गौरा लोड़िए न परवे गाड़े नेत। अवगण किए तो बहु किए करत न मानी हार। पावे बंदा बख्शियो पावे गरदन मार। मैं अपराधी जन्म का नाक सिख बरा बेकार। तुम दाता दुख भंजना मेरी करो संभार। मान परती तना प्रेम रस ना कछु तन में डंग। ना जानू महाराज से क्यों कर रहसी रंग। क्या मुख ले बेनती करूं लाज आवत है मोहे। तुम देखत गण करूं
प्रतिदान मोहे दीजिए गुरुदेवन के देव और नहीं कछु चाहिए निस दिन तेरी सेव जो अब के साथ गुरु मिले सब दुख आँखों रोए चरणायों पर शीस धर कहूँ जो कहना होए जो अब साहेब मिले सब दुख आँखों रोए चरणायों पर शीस धर कहूँ जो कहना होए करूँ बेनती दो कर जोड़ी अरज सुण्यो राधा स्वामी मोरी सात पुरुष तुम सात गुरुदाता सब जीवन के पिता और माता दयाधार अपना कर लीजे काल जाल से न्यारा कीजे सात युग त्रेता द्वापर बीता काहू न जानी शब्द की रीता काल युग में सतगुर दया बिचारी परगट कार के शब्द पुकारी जीव काज सतगुर जग में आए भाव सागर से पार लंगाए तीन छोड़ चौथा पद दीना सात नाम सात गुरु गात चीना जाग माग जोत होत उजियारा गगन स्रोत पार चंदर निहार श्वेत सिंहासन शतर बिराजे अनहद शब्द गैब धुन गाजे
क्षर ने अक्षर पारा बेनती करे जा दास तुम्हारा लोक आलोक पाऊँ मैं सुख दामा चरण शरण दी जे बेसरामा लोक आलोक पाऊँ मैं सुख दामा चरण शरण दी जे बेसरामा करूं बेनती दो कार जोड़ी सतगुर दो कार जोड़ी हरज सुनियो राधा स्वामी जी सात गुरु मोरी दासां की है बेनती सुनो गरीब निवाज जो मैं पूत कपूत हाँ मोड़ पिता को लाज बार बार बिनती करूं अर्ज करूं हाथ जोड़ सत्संग सिमरन भजन की दर्शन दीनत लोड़ सब संगत के हृदय में बसे आपका प्रेम सत्संग सिमरन भजन का बढ़िया रहे नित नेम सब संगत के हृदय में बसे आपका प्रेम सत्संग सिमरन भजन का बढ़िया रहे नित नेम